ਜਜਮੈਂਟ ਨਾ ਹੋਵੇ ਤਾਂ ਅੱਜ ਪੰਚਾਇਤੀ ਰਾਜ ਮੰਤਰੀ ਸਾਹਿਬ ਤਾਂ ਛੱਡੀਏ, ਮੁੱਖ ਮੰਤਰੀ ਵੀ ਪਿੰਡਾਂ ਦੇ ਵਿੱਚ ਨਹੀਂ ਬਣ ਸਕਦੇ। 30 ਸਾਲ ਲੜਨ ਤੋਂ ਬਾਅਦ ਹਰਿਆਣਾ ਸਰਕਾਰ ਜਿੱਤਦੀ ਹੈ ਕਿ ਉਹ ਇੰਨਾ ਲਾਈਮਲਾਈਟ ਲੈਂਦੀ ਹੈ ਜਿੰਨਾ ਕਿ ਹੁਣ ਪੰਚਾਇਤ ਮੰਤਰੀ ਪੰਜਾਬ ਦੇ ਲੈ ਰਹੇ ਨੇ। ਜਿਹਨੂੰ ਕਹਿੰਦਾ ਵੀ ਅੱਧੀ ਕਹਾਣੀ ਦੱਸੋ ਤੇ ਅੱਧੀ ਕਹਾਣੀ ਨੂੰ ਫਸਾਨਾ ਬਣ ਕੇ ਰਹਿਣ ਤੋਂ ਲੋਕ ਸੋਚੀ ਜਾਣਗੇ ਅਚਾਨਕ ਕੀ ਜਾਦੂ ਦੀ ਛੜੀ ਘੁਮਾਈ ਮੰਤਰੀ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਕਿ ਕਬਜ਼ੇ ਖਾਲੀ ਕਰਨੇ ਸ਼ੁਰੂ ਹੋ ਗਏ। ਤੁਸੀਂ ਸੁਪਰੀਮ ਕੋਰਟ ਦੇ ਆਰਡਰ ਬਾਰੇ ਲੋਕਾਂ ਨੂੰ ਦੱਸਦੇ ਨਹੀਂ ਹੋ, ਠੀਕ ਹੈ, ਤੁਹਾਡੇ ਆਪਣੇ ਮਫਾਦ ਹੋ ਸਕਦੇ ਨੇ, ਲੇਕਿਨ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਅੱਜ ਜ਼ਮੀਨ ਪੰਜਾਬ ਦੇ ਵਿੱਚ ਕਿੰਨੀ ਹੈ ਸ਼ਾਮਲਾਟ ਦੇ ਅੰਡਰ। ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਇੱਕ ਅਜੀਬ ਜਿਹੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪੰਚਾਇਤ ਮੰਤਰੀ ਖੁਦ ਪਿੰਡਾਂ ਵਿੱਚ ਜਾ ਕੇ ਪੰਚਾਇਤੀ ਜ਼ਮੀਨਾਂ ਤੇ ਹੋਏ ਨਜਾਇਜ਼ ਕਬਜ਼ੇ ਹਟਾਉਣ ਦਾ ਕੰਮ ਕਰ ਰਹੇ ਨੇ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਖਰਚੇ ਤੇ ਪਰਚੇ ਦਾ। ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਤਕਰੀਬਨ ਸਾਰੀਆਂ ਅਖਬਾਰਾਂ ਦੇ ਵਿੱਚ ਫੁੱਲ ਪੇਜ ਦੀ ਐਡਵਰਟੀਜ਼ਮੈਂਟ ਦਿੱਤੀ ਗਈ ਹੈ, ਚਾਹੇ ਪੰਜਾਬੀ ਦੇ ਅਖਬਾਰ ਹੋਣ, ਹਿੰਦੀ ਦੇ ਅਖਬਾਰ ਹੋਣ ਜਾਂ ਅੰਗਰੇਜ਼ੀ ਦੇ ਅਖਬਾਰ ਹੋਣ। ਸਾਫ਼ ਤੌਰ ਤੇ ਮੁੱਖ ਮੰਤਰੀ ਪੰਜਾਬ ਲਿਖ ਰਹੇ ਨੇ ਜਿਹੜੇ ਵਿਅਕਤੀਆਂ ਨੇ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਭਾਵੇਂ ਉਹ ਰਾਜਨੀਤਿਕ ਲੋਕ ਜਾਂ ਅਫਸਰ ਹਨ ਜਾਂ ਫਿਰ ਕੋਈ ਰਸੂਖਦਾਰ ਲੋਕ ਹਨ, ਉਹਨਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ 31 ਮਈ ਤੱਕ ਆਪਣੇ ਨਜਾਇਜ਼ ਕਬਜ਼ੇ ਛੱਡ ਕੇ ਜ਼ਮੀਨਾਂ ਸਰਕਾਰ ਨੂੰ ਦੇ ਦੇਣ, ਨਹੀਂ ਤਾਂ ਪੁਰਾਣੇ ਖਰਚੇ ਅਤੇ ਨਵੇਂ ਪਰਚੇ ਪਾਏ ਜਾ ਸਕਦੇ ਹਨ। ਹੁਣ ਪਰਚਾ ਤੇ ਖਰਚਾ ਇਹਨਾਂ ਉੱਤੇ ਅਸੀਂ ਕਰਾਂਗੇ ਚਰਚਾ। ਸਾਡੇ ਨਾਲ ਇਸ ਵੇਲੇ ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਸਰ ਮੌਜੂਦ ਨੇ। ਸਰ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਸਰ। ਕਹਿੰਦੇ ਹੁਣ ਮਾਨ ਸਰਕਾਰ ਨੇ ਅਲਟੀਮੇਟਮ ਦਿੱਤਾ ਹੈ ਜੀ, ਜ਼ਮੀਨਾਂ ਜਿਹੜੇ ਕਬਜ਼ੇ ਕੀਤੇ ਹੋਏ ਨੇ ਪੰਚਾਇਤੀ ਖਾਲੀ ਕਰੋ, ਨਹੀਂ ਤਾਂ ਖਰਚੇ ਵੀ ਪੈਣਗੇ ਨਾਲੇ ਪਰਚੇ ਵੀ ਪੈਣਗੇ। ਦੇਖੋ, ਚੰਗਾ ਫੈਸਲਾ ਸਰਕਾਰ ਦਾ। ਸਰਕਾਰ ਬੀਤੇ ਕਈ ਹਫ਼ਤਿਆਂ ਤੋਂ ਬਹੁਤ ਹੀ ਮੈਨੂੰ ਲੱਗਦਾ ਵੀ ਸ਼ਿੱਦਤ ਦੇ ਨਾਲ ਜੁਟੀ ਹੋਈ ਹੈ। ਪੰਜਾਬ ਦੇ ਜਿਹੜੇ ਪੰਚਾਇਤੀ ਰਾਜ ਰੂਰਲ ਡਿਵੈਲਪਮੈਂਟ ਮੰਤਰੀ ਨੇ ਧਾਲੀਵਾਲ ਸਾਹਿਬ, ਉਹ ਜਾ ਰਹੇ ਨੇ ਖੁਦ। ਉਹਨਾਂ ਨੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਕੀਤੀ। 1000 ਏਕੜ ਦੇ ਆਸ-ਪਾਸ ਜ਼ਮੀਨ ਸੀ ਜਿਹੜੀ ਸ਼ਾਮਲਾਟ ਦੀਆਂ ਜ਼ਮੀਨਾਂ ਨੇ, ਉਹਨਾਂ ਤੋਂ ਕਬਜ਼ਾ ਛੁਡਾਉਣ ਦਾ ਦਾਅਵਾ ਕੀਤਾ। ਕਈ 100 ਕਰੋੜ ਦੀ ਇਸ ਦੀ ਕੀਮਤ ਜਿਹੜੀ ਹੈ ਉਹ ਆਂਕੀ ਜਾ ਰਹੀ ਹੈ। ਸੋ ਇੱਕ ਚੰਗੀ ਮੁਹਿੰਮ ਹੈ। ਤੇ ਅੱਜ ਆਪਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਆਪਣੀ ਰਿਪੋਰਟ ਦੇ ਸ਼ੁਰੂਆਤ ਦੇ ਵਿੱਚ, ਇੱਕ ਪੂਰੇ ਪੇਜ ਦਾ ਇਸ਼ਤਿਹਾਰ ਜਿਹੜਾ ਹੈ ਉਹ ਆਇਆ ਹੈ। ਸੋ ਚੰਗੀ ਗੱਲ ਹੈ, ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰੋ ਤਾਂ ਕਿ ਲੋਕਾਂ ਨੂੰ ਇੱਕ ਤਰੀਕੇ ਨਾਲ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਜ਼ਮੀਨਾਂ ਜਿਹੜੇ ਨਜਾਇਜ਼ ਕਬਜ਼ੇ ਨੇ ਛੱਡੇ ਜਾਣ। ਲੇਕਿਨ ਜਿਹੜੀ ਮੈਨੂੰ ਚੀਜ਼ ਸ਼ੁਰੂ ਤੋਂ ਖਟਕਦੀ ਰਹੀ ਹੈ, ਬੀਤੇ ਕਈ ਹਫ਼ਤਿਆਂ ਤੋਂ ਖਟਕ ਰਹੀ ਹੈ, ਉਹ ਇਹ ਹੈ ਕਿ ਇਸ ਪੂਰੇ ਪੇਜ ਦੀ ਇਸ਼ਤਿਹਾਰ ਦੇ ਵਿੱਚ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਜ਼ਿਕਰ ਸਰਦਾਰ ਭਗਵੰਤ ਮਾਨ ਜਾਂ ਫਿਰ ਉਹਨਾਂ ਦੇ ਜਿਹੜੇ ਪੰਚਾਇਤਾਂ ਦੇ ਮੰਤਰੀ ਕੁਲਦੀਪ ਧਾਲੀਵਾਲ ਸਾਹਿਬ ਨੇ ਉਹ ਨਹੀਂ ਕਰ ਰਹੇ। ਹੁਣ ਇਹ ਫੈਸਲਾ 7 ਅਪ੍ਰੈਲ 2022 ਦਾ ਫੈਸਲਾ ਹੈ, ਸੁਪਰੀਮ ਕੋਰਟ ਦਾ ਫੈਸਲਾ ਹੈ, ਜੋ ਕਿ ਸਰਕਾਰ ਤੇ ਉਹਦਾ ਜਿਹੜਾ ਮਾਲ ਮਹਿਕਮਾ ਹੈ, ਰੈਵਨਿਊ ਡਿਪਾਰਟਮੈਂਟ ਹੈ, ਉਸ ਨੂੰ ਐਮਪਾਵਰ ਕਰਦਾ ਹੈ ਜੀ। ਹੁਣ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਜੀ। ਤੇ ਇਹ ਅਜਿਹੀ ਸਥਿਤੀ ਹੈ ਕਿ ਆਪਾਂ ਇੱਕ ਮੁਹਿੰਮ ਤੋਰਤੀ ਤੇ ਬਹੁਤ ਸੇ ਲੋਕ ਇਸ ਸੰਸੇ 'ਚ ਨੇ ਜਾਂ ਹੈਰਾਨੀ 'ਚ ਨੇ ਜਿਨ੍ਹਾਂ ਨੂੰ ਪੰਚਾਇਤਾਂ ਬਾਰੇ, ਪੰਚਾਇਤੀ ਜ਼ਮੀਨਾਂ, ਸ਼ਾਮਲਾਟ ਜ਼ਮੀਨਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਸ਼ਹਿਰਾਂ ਦੇ ਵਿੱਚ ਬੈਠੇ ਲੋਕ ਜਿਹੜੇ ਜਾਂ ਇਸ ਕੇਸ ਬਾਰੇ ਵੀ ਈਵਨ ਜਾਣਕਾਰੀ ਨਹੀਂ ਹੁੰਦੀ, ਤਾਂ ਉਹਨਾਂ ਨੂੰ ਅਚਾਨਕ ਈਵਨ ਪੱਤਰਕਾਰ ਭਾਈਚਾਰਾ ਸਾਡਾ ਚੰਡੀਗੜ੍ਹ ਦਾ ਜਾਂ ਪੰਜਾਬ ਦਾ ਮੈਂ 99% ਪੱਤਰਕਾਰ ਭਾਈਚਾਰੇ ਦੀ ਗੱਲ ਕਰਾਂਗਾ, ਉਹਨਾਂ ਨੂੰ ਵੀ ਇਸ ਚੀਜ਼ ਦੇ ਬਾਰੇ ਨਹੀਂ ਜਾਣਕਾਰੀ ਕਿ ਇਹ ਰੌਲਾ ਸ਼ੁਰੂ ਕਿਵੇਂ ਹੁੰਦਾ ਹੈ। ਸੋ ਸੁਪਰੀਮ ਕੋਰਟ ਦੀ 7 ਅਪ੍ਰੈਲ 2022 ਦੀ ਜਜਮੈਂਟ ਨੂੰ ਜਦ ਤੱਕ ਆਪਾਂ ਚਰਚਾ ਦੇ ਵਿੱਚ ਨਹੀਂ ਲਿਆਵਾਂਗੇ ਜਾਂ ਸਾਨੂੰ ਜੇ ਅੱਜ ਇਹ ਨਹੀਂ ਪਤਾ ਕਿ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ 7 ਅਪ੍ਰੈਲ 2022 ਯਾਨੀ ਕਿ ਪਿਛਲੇ ਮਹੀਨੇ ਅੱਜ ਤੋਂ ਠੀਕ 1 ਮਹੀਨਾ ਪਹਿਲਾਂ ਜਿਹੜੀ ਇੱਕ ਲੈਂਡਮਾਰਕ ਜਿਹੜੀ ਜਜਮੈਂਟ ਸੁਣਾਈ, ਉਹ ਕੀ ਜਜਮੈਂਟ ਹੈ? ਉਹ ਹਰਿਆਣੇ ਦੀ ਕੇਸ 'ਚ ਆਈ ਹੈ, ਸਟੇਟ ਆਫ ਹਰਿਆਣਾ ਵਰਸਸ ਜੈ ਸਿੰਘ ਐਂਡ ਅਦਰਸ ਟਾਈਟਲ ਹੈ ਜੀ। ਸੋ ਉਹ ਜੇ ਜਜਮੈਂਟ ਨਾ ਹੋਵੇ ਤਾਂ ਅੱਜ ਪੰਚਾਇਤੀ ਰਾਜ ਮੰਤਰੀ ਸਾਹਿਬ ਤਾਂ ਛੱਡੀਏ, ਮੁੱਖ ਮੰਤਰੀ ਵੀ ਪਿੰਡਾਂ ਦੇ ਵਿੱਚ ਨਹੀਂ ਵੜ ਸਕਦੇ। ਇਹ ਬੜਾ ਵੱਡਾ ਪੁਆਇੰਟ ਹੈ ਜੀ। ਸੋ ਇਹ ਜਿੰਨੀ ਵੀ ਕੈਂਪੇਨ ਅੱਛੀ ਹੈ ਸਰਕਾਰ ਦੀ, ਸਰਕਾਰ ਚੰਗਾ ਕੰਮ ਕਰ ਰਹੀ ਹੈ ਤੇ ਉਸਨੂੰ ਕਰਨਾ ਪੈਣਾ ਹੈ। ਕੋਈ ਵੀ ਸਰਕਾਰ ਹੁੰਦੀ ਕਰਨਾ ਪੈਣਾ, ਨਹੀਂ ਤਾਂ ਕੰਟੈਂਪਟ ਆਫ ਕੋਰਟ ਸੀ। ਹੁਣ ਇਹ ਜਿਹੜੇ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ, ਮੈਂ ਚਾਹੁੰਦਾ ਵੀ ਇਹਨਾਂ ਦੇ ਨਾਲ ਬਹੁਤ ਖਰਚਾ ਹੋਇਆ। ਮੈਂ ਹੁਣ ਤੁਸੀਂ ਖਰਚਿਆਂ ਦੀ ਗੱਲ ਕੀਤੀ ਹੈ, ਸੋ ਅੱਜ ਇਸ ਪੂਰੇ ਫੁੱਲ ਪੇਜ ਐਡ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਹੋ ਰਿਹਾ। ਇਹ 1/4 ਪੇਜ ਦੇ ਵਿੱਚ ਵੀ ਇਹ ਐਡ ਦਿੱਤੀ ਜਾ ਸਕਦੀ ਸੀ, ਉਸ ਤੋਂ ਘੱਟ 'ਚ ਵੀ ਦਿੱਤੀ ਜਾ ਸਕਦੀ ਸੀ। ਮਕਸਦ ਸਿਰਫ ਇਨਫੋਰਮੇਸ਼ਨ ਦੇਣਾ ਹੁੰਦਾ ਤਾਂ ਜੀ ਹਾਂ, ਇਨਫੋਰਮੇਸ਼ਨ ਦੇਣਾ ਹੁੰਦਾ। ਤੇ ਇਨਫੋਰਮੇਸ਼ਨ ਕਿਹੜੀ ਦੇਣੀ ਸੀ? ਹੁਣ ਇਸ ਐਡ ਦੇ ਵਿੱਚ ਤਾਂ ਮੁੱਖ ਮੰਤਰੀ ਨੇ ਆਪਣਾ ਉਹੀ ਪਰਸੋਂ ਦਾ ਜਿਹੜਾ ਬਿਆਨ ਉਹਨਾਂ ਨੇ ਮੀਡੀਆ ਨੂੰ ਦਿੱਤਾ
ਵੀ ਪੁਰਾਣੇ ਖਰਚਿਆਂ ਨੂੰ ਦੇ ਦਿਓ ਤੇ ਨਵੇਂ ਪਰਚਿਆਂ ਲਈ ਤਿਆਰ ਹੋ ਜਾਓ, ਇਹ ਗੱਲ ਦੁਹਰਾਤੀ। ਹੁਣ ਇਹ ਤਾਂ ਇੱਕ ਨਾਰਾ ਹੋ ਗਿਆ, ਸਲੋਗਨ, ਜਿਵੇਂ ਗਰੀਬੀ ਹਟਾਓ ਤੇ ਗਰੀਬੀ ਹਟ ਜਾਏ। ਬਿਲਕੁਲ ਇਹ ਕਬਜ਼ੇ ਹਟਾਉਣ ਦੀ ਗੱਲ ਹੈ, ਕਬਜ਼ੇ ਸਰਕਾਰ ਹਟਾਏਗੀ, ਲੇਕਿਨ ਕਿੰਨੇ ਹਟਾਏਗੀ, ਕਿਵੇਂ ਹਟਾਏਗੀ, ਉਹਦੇ ਵਿੱਚ ਜਿਹੜੀਆਂ ਕੰਪਲਿਕੇਸ਼ਨਸ ਆਉਣਗੀਆਂ ਉਹਨਾਂ ਨੂੰ ਕਿਵੇਂ ਹੈਂਡਲ ਕੀਤਾ ਜਾਏਗਾ। ਜੇ ਸਾਨੂੰ ਪਤਾ ਹੈ ਵੀ ਕਿਸੇ ਪਿੰਡ ਦੇ ਵਿੱਚ ਨਜਾਇਜ਼ ਕਬਜ਼ਿਆਂ ਵਾਲੀ ਜ਼ਮੀਨ ਹੈ, ਜਾਂ ਲੋਕਾਂ ਦੀ ਕਨਫਿਊਜ਼ਨ ਹੈ, ਲੋਕਾਂ ਦੇ ਮਨਾਂ ਦੇ ਵਿੱਚ ਸੰਸ਼ੇ ਹੈ, ਆਪਣੀ ਜ਼ਮੀਨਾਂ ਲੈਂਡ ਜਿਹੜਾ ਰੈਵਨਿਊ ਰਿਕਾਰਡ ਹੈ ਉਹ ਵੀ ਕਈ ਥਾਂ ਤੇ ਟੁੱਟਿਆ ਹੁੰਦਾ ਹੈ, ਸੋ ਬਹੁਤ ਦੁਵਿਧਾਵਾਂ ਹੋਣਗੀਆਂ ਇਹਦੇ ਵਿੱਚ। ਇੱਕ ਪੂਰਾ ਦਾ ਪੂਰਾ ਸਿਸਟਮ, ਪ੍ਰਣਾਲੀ, ਇੱਕ ਮੈਕੈਨਿਜ਼ਮ, ਢਾਂਚਾ, ਮੇਬੀ ਇੱਕ ਇਹਨਾਂ ਨੇ ਸ਼ਾਇਦ ਪੈਨਲ ਵੀ ਬਣਾਇਆ ਹੈ, ਇੱਕ ਸਪੈਸ਼ਲ ਯੂਨਿਟ, ਕੱਲ ਪਰਸੋਂ ਸੁਣ ਰਿਹਾ ਸੀ ਕੁਲਦੀਪ ਸਿੰਘ ਧਾਲੀਵਾਲ ਹੋਣਾ ਨੇ, ਉਹ ਚੰਗੀ ਚੀਜ਼ ਹੈ, ਦੈਟਸ ਅ ਵੈਲਕਮ ਸਟੈਪ, ਕਿਉਂਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕਿਹਦੇ ਕੋਲ ਜਾਈਏ। ਹੁਣ ਹਰ ਬੰਦਾ ਤਾਂ ਮੰਤਰੀ ਕੋਲ ਪਹੁੰਚ ਕਰ ਨਹੀਂ ਸਕਦਾ, ਤੇ ਨਾ ਹੀ ਮੰਤਰੀ ਪਿੰਡ ਪਿੰਡ ਜਾ ਕੇ, ਹੁਣ ਮੈਂ ਤਾਂ ਆਪਣੀ ਖੁਦ ਵੀ ਇੱਕ ਰਿਪੋਰਟ ਬਣਾਈ ਸੀ ਜਿਸ ਵਿੱਚ ਮੈਂ ਜ਼ਿਕਰ ਇਹ ਕੀਤਾ ਸੀ ਕਿ ਤੁਸੀਂ ਫੋਟੋ ਅਪਰਚੁਨਿਟੀਜ਼ ਤਾਂ ਬਹੁਤ ਅੱਗੇ ਲੰਘ ਗਏ, ਯਾਨੀ ਕਿ ਕੈਮਰੇ ਲੈ ਕੇ ਤੁਸੀਂ ਮੀਡੀਆ ਦੇ ਜਿਹੜੀ ਭੀੜਾਂ ਤੁਸੀਂ ਪਿੰਡਾਂ ਦੇ ਵਿੱਚ ਆਪਣੇ ਕਬਜ਼ੇ ਛੁਡਾਉਂਦੇ ਫਿਰ ਰਹੇ ਹੋ। ਚੰਗੀ ਗੱਲ ਹੈ, ਮੰਤਰੀ, ਵੈਸੇ ਮੰਤਰੀ ਦਾ ਕੰਮ ਨਹੀਂ ਹੁੰਦਾ, ਇਹ ਕੰਮ ਤਾਂ ਸਾਰੇ ਰੈਵਨਿਊ ਮਹਿਕਮਾ ਫਿਰ ਕੀ ਕਰ ਰਿਹਾ ਜੇ ਮੰਤਰੀ ਜਾ ਕੇ। ਦਾ ਕੰਮ ਹੈ ਨਾ ਸਿਰ ਮੀਡੀਆ ਵਿੱਚ ਆਣਾ ਹੈ, ਲਾਈਮਲਾਈਟ ਵੀ ਤਾਂ ਲੈਣੀ ਹੈ। ਹਾਂ ਉਹ ਠੀਕ ਹੈ, ਚਲੋ ਇੱਕ ਅੱਧੀ ਵਾਰ ਹੋ ਗਿਆ, ਠੀਕ ਹੈ, ਲੇਕਿਨ ਉਸ ਤੋਂ ਬਾਅਦ ਤੁਹਾਨੂੰ ਇੱਕ ਪਾਲਿਸੀ ਬਣਾਉਣ ਦੀ ਲੋੜ ਹੈ, ਕਿਉਂਕਿ ਇਹ ਬਹੁਤ ਲੰਬਾ ਚੌੜਾ ਕੰਮ ਹੈ। ਹੁਣ ਦੇਖੋ ਇੱਥੇ ਇਹ ਮਾਮਲਾ ਕੋਈ ਨਵਾਂ ਮਾਮਲਾ ਨਹੀਂ ਹੈ, ਬਹੁਤ ਪੁਰਾਣਾ ਮਾਮਲਾ ਹੈ। ਇਹ ਜਿਹੜੀ 30 ਸਾਲ 30 years 30 ਲੌਂਗੇ 3 ਦਹਾਕੇ ਦਾ ਸਮਾਂ 1992 ਤੋਂ ਲੈ ਕੇ 2022 ਤੱਕ ਇਹ ਕੇਸ ਚੱਲਦਾ ਹੈ। ਹਰਿਆਣੇ ਦੀ ਸਰਕਾਰ ਨੇ ਇਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਲੜਿਆ, ਜਿੱਤਿਆ, ਠੀਕ ਹੈ ਨਾ। ਤਮਾਮ ਦਬਾਅ, ਪ੍ਰੈਸ਼ਰ, 2 ਵਾਰ ਹਾਈ ਕੋਰਟ ਨੇ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ। ਦੇਖੋ ਲੋਕਾਂ ਦੀ ਜਾਣਕਾਰੀ ਇਹ ਚੀਜ਼ ਕੌਣ ਲੈ ਕੇ ਆਏਗਾ? ਜੇ ਆਪਾਂ ਇੱਕ ਇਸ਼ਤਿਹਾਰ ਦੇ ਦਾਂਗੇ ਤੇ ਲੋਕਾਂ ਨੂੰ ਕਹਿ ਦਾਂਗੇ ਵੀ ਜ਼ਮੀਨਾਂ ਛੱਡ ਦਿਓ, ਲੋਕਾਂ ਨੇ ਜਿਨ੍ਹਾਂ ਨੂੰ ਜਿਹੜੇ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਕੇ ਬੈਠੇ ਨੇ, ਜਾਂ ਉਹਨਾਂ ਦੇ ਕਬਜ਼ੇ ਹੈਗੇ ਨੇ, ਮੈਂ ਇਹ ਨਹੀਂ ਕਹਾਂਗਾ ਵੀ ਉਹ ਕਬਜ਼ੇ ਨਜਾਇਜ਼ ਕਰਕੇ ਬੈਠੇ ਨੇ ਉਸ ਸੈਂਸ ਦੇ ਵਿੱਚ, ਲੇਕਿਨ ਸੁਪਰੀਮ ਕੋਰਟ ਦੇ ਇਸ 7 ਅਪ੍ਰੈਲ 2022 ਦੇ ਫੈਸਲੇ ਨੇ ਉਹਨਾਂ ਦੇ ਕਬਜ਼ਿਆਂ ਨੂੰ ਨਜਾਇਜ਼ ਬਣਾਤਾ। ਹੁਣ ਉਹਨਾਂ ਨੂੰ ਕਬਜ਼ੇ ਛੱਡਣੇ ਪੈਣੇ ਨੇ। ਅਲੱਗ-ਅਲੱਗ 2 ਅਲੱਗ ਕੈਟੇਗਰੀਆਂ, ਇੱਕ ਤਾਂ ਤੁਸੀਂ ਬਿਲਕੁਲ ਹੀ ਨਜਾਇਜ਼ ਕਬਜ਼ਾ ਕੀਤਾ ਜਿੱਥੇ ਤੁਹਾਡਾ ਹੱਕ ਨਹੀਂ ਸੀ ਬਣਦਾ, ਦੂਸਰਾ ਸੀ ਤੁਹਾਡਾ ਹੱਕ ਬਣਦਾ ਸੀ, ਅੱਜ ਵੀ ਉਹ ਲੋਕਾਂ ਦਾ ਹੱਕ ਬਣੇਗਾ, ਕਿਉਂਕਿ ਉਸ ਜ਼ਮੀਨ ਦੀ ਜਿਹੜੀ ਮਲਕੀਅਤ ਹੈ ਉਸ ਦੇ ਵਿੱਚ ਉਹਨਾਂ ਦਾ ਸ਼ੇਅਰ ਬੋਲੇਗਾ। ਲੇਕਿਨ ਕਦੇ ਵੀ ਉਹ ਪੰਚਾਇਤ ਦੀ ਜ਼ਮੀਨ ਜਿਹੜੀ ਕਿਸੇ ਸਮੇਂ ਉਹਨਾਂ ਦੇ ਪੁਰਖਿਆਂ ਨੇ, ਬਜ਼ੁਰਗਾਂ ਨੇ ਪੰਚਾਇਤਾਂ ਨੂੰ ਦੇਤੀ, ਉਸ ਨੂੰ ਕਦੇ ਵਾਪਸ ਰਿਟਰੀਵ ਨਹੀਂ ਕੀਤਾ ਜਾ ਸਕਦਾ। ਇਹ ਸੁਪਰੀਮ ਕੋਰਟ ਦਾ ਫੈਸਲਾ ਹੈ। ਇਹੀ ਪੁਆਇੰਟ ਸੁਪਰੀਮ ਕੋਰਟ ਨੇ ਕਲੀਅਰ ਕੀਤਾ ਹੈ, ਕਿਉਂਕਿ ਰੌਲਾ ਹੀ ਇਹ ਸੀ ਵੀ ਹੁੰਦਾ ਇਹ ਸੀਗਾ ਵੀ ਜਿਹੜੀ ਪੰਚਾਇਤਾਂ ਨੂੰ ਜ਼ਮੀਨਾਂ ਲੋਕਾਂ ਨੇ ਦੇਤੀਆਂ, ਤੇ ਉਹ ਜਿਹੜੀ ਜ਼ਮੀਨ ਹੁੰਦੀ ਹੈ ਉਹਨੂੰ ਸ਼ਾਮਲਾਟ ਦੇ ਦੀ ਜ਼ਮੀਨ ਕਿਹਾ ਜਾਂਦਾ ਹੈ। ਸ਼ਾਮਲਾਟ ਦਾ ਮਤਲਬ ਹੁੰਦਾ ਹੈ ਇੱਕ ਸਾਂਝਾ ਮੰਤਵ ਤੇ ਪਰਪਸ, ਤੇ ਦੇ ਦਾ ਮਤਲਬ ਹੁੰਦਾ ਜ਼ਮੀਨ। ਸੋ ਸ਼ਾਮਲਾਟ ਦੇ ਦੀ ਉਹ ਜ਼ਮੀਨ ਜਿਹੜੀ ਕਿ ਪਿੰਡ ਵਾਸੀਆਂ ਨੇ ਆਪਣੇ ਥੋੜਾ ਹਿੱਸਾ ਪ੍ਰੋਰਾਟਾ ਕੱਟ ਦੇ ਬੇਸ ਤੇ, ਪ੍ਰੋਪੋਰਸ਼ਨ ਦੇ ਬੇਸ ਤੇ, ਅਨੁਪਾਤ ਦੇ ਬੇਸ ਤੇ, ਤੁਹਾਡੀ ਜ਼ਮੀਨ ਦੇ ਵਿੱਚ, ਪਿੰਡ ਦੇ ਵਿੱਚ ਕਿੰਨੀ ਜ਼ਮੀਨ ਹੈ, ਤੁਸੀਂ ਉਸ ਮੁਤਾਬਕ ਇੱਕ ਛੋਟਾ ਜਿਹਾ ਹਿੱਸਾ ਪਿੰਡ ਦੀ ਪੰਚਾਇਤ ਨੂੰ, ਲੈਟ ਅਸ ਸੇ ਕਿ 1960 ਵਿੱਚ ਦਿੱਤਾ, ਤੁਹਾਡੇ ਬਜ਼ੁਰਗਾਂ ਨੇ ਦਿੱਤਾ, ਜਾਂ ਜਦੋਂ ਲੈਂਡ ਕੰਸੋਲੀਡੇਸ਼ਨ 48 ਚ 57 ਚ ਹੋਈਆਂ ਉਸ ਵਕਤ ਤੁਸੀਂ ਦਿੱਤਾ। ਸੋ ਉਹ ਪੰਚਾਇਤ ਦੇ ਨਾਂ ਚੜ ਗਈ ਜ਼ਮੀਨ, ਜਾਂ ਨਾ ਨਹੀਂ ਚੜੀ, ਉਹ ਜ਼ਮੀਨ ਪੰਚਾਇਤ ਦੀ ਹੋ ਗਈ, ਉਸ ਦੀ ਮੈਨੇਜਮੈਂਟ ਤੇ ਉਸ ਦਾ ਪ੍ਰਬੰਧ ਕਰਨਾ ਪੰਚਾਇਤ ਦਾ ਕੰਮ ਹੋ ਗਿਆ। ਲੇਕਿਨ ਉਹ ਜਿਹੜਾ ਹਿੱਸਾ ਸ਼ੇਅਰ, ਜਿਵੇਂ ਕੰਪਨੀ ਦੇ ਸ਼ੇਅਰ ਹੁੰਦੇ ਨੇ, ਉਹ ਸ਼ੇਅਰ ਤੁਹਾਡੇ ਨਾਂ ਤੇ ਬੋਲਣਾ ਹੈ। ਹੁਣ ਉਹ ਸ਼ੇਅਰ ਤੁਹਾਡੇ ਨਾਂ ਤੇ ਬੋਲਣਾ, ਲੋਕਾਂ ਨੇ ਕੀ ਕੀਤਾ ਇਹਨਾਂ ਸਾਲਾਂ ਦੇ ਵਿੱਚ, ਉਹ ਸ਼ੇਅਰਸ ਨੂੰ ਵਾਪਸ ਪੰਚਾਇਤ ਤੋਂ ਲੈ ਕੇ ਉਸ ਦੇ ਉੱਤੇ ਜਾਂ ਤਾਂ ਖੁਦ ਉਸਾਰੀਆਂ ਕਰ ਲਈਆਂ, ਜਾਂ ਫਿਰ ਜਦੋਂ ਜ਼ਮੀਨਾਂ ਦੇ ਭਾਅ ਵੱਧ ਗਏ, ਜਾਂ ਫਿਰ ਉਹਨਾਂ ਨੂੰ ਅੱਗੇ ਗਾਹਾਂ ਲੋਕਾਂ ਨੂੰ ਵੇਚਤਾ, ਜਿਸ ਦੇ ਵਿੱਚ ਪੋਲੀਟੀਸ਼ੀਅਨ, ਇਨਫਲੂਐਂਸ਼ੀਅਲ ਜਿਹੜੇ ਪੁਲਿਸ ਵਾਲੇ ਸੀਗੇ, IPS ਅਫਸਰ, IAS ਅਫਸਰ ਸਾਰੇ ਸ਼ਾਮਲ ਸੀ। ਬਾਅਦ ਦੇ ਵਿੱਚ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟਾਂ ਬਣੀਆਂ, ਪੰਜਾਬ ਦੇ ਵਿੱਚ ਇੱਕ ਨਵੀਂ ਸਿਸਟਮ ਸ਼ੁਰੂ ਹੋਇਆ। ਲੇਕਿਨ ਇਹ ਸਾਰੇ ਸਮੇਂ ਦੇ ਦੌਰਾਨ ਇੱਕ ਲੜਾਈ ਚੱਲਦੀ ਪਈ ਸੀ, ਜੋ ਕਿ ਹਰਿਆਣੇ ਦੇ ਵਿੱਚ ਚੱਲਦੀ ਪਈ ਸੀ। 1992 ਦੇ ਵਿੱਚ ਹਰਿਆਣਾ ਸਰਕਾਰ ਨੇ ਕਾਨੂੰਨ ਬਣਾਇਆ ਸੀ, ਉਹ ਕਾਨੂੰਨ ਨੂੰ ਹਾਈ ਕੋਰਟ ਨੇ ਗਲਤ ਕਰਾਰ ਦਿੱਤਾ, ਸੁਪਰੀਮ ਕੋਰਟ ਗਿਆ, ਸੁਪਰੀਮ ਕੋਰਟ ਨੇ ਫਿਰ ਹਾਈ ਕੋਰਟ ਨੂੰ ਰੈਫਰ ਕੀਤਾ ਵੀ ਸਾਨੂੰ ਹੋਰ ਕੁਝ ਕਲੈਰੀਫਿਕੇਸ਼ਨ ਲੈ ਕੇ ਪੱਕਾ ਤੁਸੀਂ ਫੈਸਲਾ ਸੁਣਾਓ, ਫਿਰ ਅਸੀਂ ਇਸ ਉੱਤੇ ਫੈਸਲਾ ਸੁਣਾਵਾਂਗੇ। 98 ਦੀ ਗੱਲ ਹੈ ਇਹ। 98 ਤੋਂ ਲੈ ਕੇ 2013 15 ਸਾਲ ਤੱਕ ਹਾਈ ਕੋਰਟ ਦੇ ਵਿੱਚ ਇਸ ਕੇਸ ਉੱਤੇ ਵਿਚਾਰ ਹੋਇਆ। 15 ਸਾਲ ਬਾਅਦ ਹਾਈ ਕੋਰਟ ਨੇ ਫਿਰ ਹਰਿਆਣਾ ਸਰਕਾਰ ਦੇ ਖਿਲਾਫ ਫੈਸਲਾ ਸੁਣਾਇਆ। ਹਰਿਆਣਾ ਸਰਕਾਰ ਨੇ 2013 ਚ ਫਿਰ ਕੇਸ ਨੂੰ ਚੁਣੌਤੀ ਦਿੱਤੀ, ਸੁਪਰੀਮ ਕੋਰਟ ਅਪੀਲ ਚ ਗਏ ਤੇ 2022 7 ਅਪ੍ਰੈਲ ਨੂੰ ਹਰਿਆਣਾ ਸਰਕਾਰ ਜਿੱਤ ਗਈ ਉਹ ਕੇਸ। ਕੀ ਬਾਤ। ਸੋ 30 ਸਾਲ ਲੜਾਈ ਤਾਂ ਹਰਿਆਣਾ ਸਰਕਾਰ ਨੇ ਲੜੀ। ਸਰ ਲੜਾਈ ਹਰਿਆਣਾ ਸਰਕਾਰ ਨੇ ਲੜੀ ਹੈ, ਨਾਲ ਇੱਕ ਗੱਲ ਹੋਰ ਹੈ, ਇਹ ਮੌਜੂਦਾ ਬੇਸ਼ੱਕ ਉੱਥੇ BJP ਦੀ ਸਰਕਾਰ ਹੈ ਹਰਿਆਣਾ 'ਚ, ਲੇਕਿਨ ਸਰ ਤੁਸੀਂ ਦੱਸ ਰਹੇ ਹੋ 30 ਸਾਲ ਇਹ ਕੇਸ ਚੱਲਿਆ ਹੈ, ਲੜਿਆ ਗਿਆ ਹਰਿਆਣਾ ਸਰਕਾਰ ਵੱਲੋਂ, ਮੁੱਖ ਮੰਤਰੀ ਬਦਲੇ ਨਹੀਂ ਪਰ ਉਹਨਾਂ ਨੇ ਇਹ ਸੰਘਰਸ਼ ਛੱਡਿਆ ਨਹੀਂ, ਤੇ ਐਟ ਦ ਐਂਡ BJP ਨੂੰ ਇਹ ਮੌਕਾ ਮਿਲਿਆ ਕਿ ਉਹਨਾਂ ਦੇ ਟੈਨਿਓਰ ਦੇ ਵਿੱਚ ਇਹ ਕੇਸ ਜਿੱਤਿਆ ਗਿਆ। ਪਰ ਕੀ ਹਰਿਆਣਾ ਸਰਕਾਰ ਨੇ ਇਸ ਚੀਜ਼ ਨੂੰ ਇੰਨਾ ਅਖਬਾਰਾਂ 'ਚ ਦੇ ਕੇ ਜਾਂ ਇਹਨਾਂ ਲਾਈਮਲਾਈਟ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਵਾਹ-ਵਾਹ ਹੀ ਲੁੱਟੀਏ?
30 ਸਾਲ ਲੜਨ ਤੋਂ ਬਾਅਦ ਹਰਿਆਣਾ ਸਰਕਾਰ ਜਿੱਤਦੀ ਹੈ ਕਿ ਉਹ ਇੰਨਾ ਲਾਈਮਲਾਈਟ ਲੈਂਦੀ ਹੈ ਜਿੰਨਾ ਕਿ ਹੁਣ ਪੰਚਾਇਤ ਮੰਤਰੀ ਪੰਜਾਬ ਦੇ ਲੈ ਰਹੇ ਨੇ? ਮੇਰੇ ਖਿਆਲ ਨਾਲ ਨਹੀਂ, ਤੇ ਇਹੀ ਚੀਜ਼ ਸਾਨੂੰ ਸਮਝਣ ਦੀ ਵੀ ਲੋੜ ਹੈ ਵੀ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਜਿਵੇਂ ਰੌਲਾ ਰੱਪਾ ਪਾਉਂਦੀਆਂ ਨੇ, ਇਹ ਸਾਰੀ ਪਾਰਟੀਆਂ ਦਾ ਹੱਲ ਹੈ। ਆਪਾਂ ਇਕੱਲੇ ਆਮ ਆਦਮੀ ਪਾਰਟੀ ਦੀ ਗੱਲ ਨਾ ਕਰੀਏ, ਕੋਈ ਵੀ ਸਰਕਾਰ ਰਹੀ ਹੁੰਦੀ ਹੈ ਇੱਥੇ, ਉਹਨਾਂ ਨੇ ਇਹੀ ਤਮਾਸ਼ੇ ਕਰਨੇ ਸੀ, ਤੇ ਖਾਸ ਕਰਕੇ ਨਵੀਂ ਬਣੀ ਸਰਕਾਰ ਹੋਵੇ, ਫੁੱਲ ਪੇਜ ਐਡਵਰਟਾਈਜ਼ਮੈਂਟ। ਹੁਣ ਹਰਿਆਣਾ ਨੇ ਕੀ ਕੀਤਾ, ਜਦੋਂ 7 ਅਪ੍ਰੈਲ 2022 ਦਾ ਫੈਸਲਾ ਆਉਂਦਾ, ਹਰਿਆਣਾ ਨੇ 3-4 ਚੀਜ਼ਾਂ ਕੀਤੀਆਂ ਜੋ ਕਿ ਉਹਨਾਂ ਦੇ ਅਫਸਰਾਂ ਨੇ, ਚੀਫ ਸਕੱਤਰ ਨੇ, ਸ਼ਾਇਦ ਸੰਜੀਵ ਕੌਸ਼ਲ ਹੈ ਉਹਨਾਂ ਦਾ ਨਾਮ, ਤੇ ਉਹਨਾਂ ਨੇ ਮੀਟਿੰਗ ਲਈ ਰੈਵਨਿਊ ਸੈਕਟਰੀ ਦੀ, ਉਹਨਾਂ ਨੇ ਕਿਹਾ ਵੀ ਜੀ ਅਸੀਂ ਜਿਹੜਾ ਪਟਵਾਰੀ ਹੈ ਉਹਨੂੰ ਕਹਿਤਾ ਵੀ ਇਹੋ ਜਿਹੀ ਜਿਹੜੀ ਵੀ ਜ਼ਮੀਨ ਦੇ ਸ਼ਾਮਲਾ ਡੇ ਦੀ ਜ਼ਮੀਨ ਹੈ ਉਸ ਨੂੰ ਤੁਸੀਂ ਰੈਵਨਿਊ ਰਿਕਾਰਡ ਦੇ ਵਿੱਚ ਪੰਚਾਇਤ ਦੇ ਨਾਲ ਟ੍ਰਾਂਸਫਰ ਕਰ ਦਿਓ, ਇੱਕ ਮੁਸ਼ਤ ਟ੍ਰਾਂਸਫਰ। ਓਕੇ। ਉਸ ਤੋਂ ਬਾਅਦ ਉਹਨਾਂ ਨੇ 7 ਦਿਨ ਦਾ ਸਮਾਂ ਦਿੱਤਾ ਵੀ ਜਿਹੜਾ ਫੀਲਡ ਕਾਨੂੰਗੋ ਜਾ ਕੇ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਕਰੇ। ਇਹ ਮਿਡ ਅਪ੍ਰੈਲ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਆਰਡਰ ਪਾਸ ਹੋਣ ਤੋਂ 1 ਹਫ਼ਤੇ ਬਾਅਦ। ਓਕੇ। ਫਿਰ ਉਹਨਾਂ ਨੇ ਗਾਂ ਹੋਰ 7 ਦਿਨ ਦੇ ਦਿੱਤੇ ਜਾਂ 10 ਦਿਨ ਦੇ ਦਿੱਤੇ ਵੀ ਇੰਨੀ ਦੇਰ ਸਾਨੂੰ ਅਸਿਸਟੈਂਟ ਕਲੈਕਟਰ ਗ੍ਰੇਡ 2 ਇਸ ਚੀਜ਼ ਦੀ ਤਸਦੀਕ ਕਰੇ ਕਿ ਜੋ ਫੀਲਡ ਕਾਨੂੰਗੋ ਜਾਂ ਪਟਵਾਰੀ ਨੇ ਜਿਹੜੀ ਮਿਊਟੇਸ਼ਨ ਜਿਹਨੂੰ ਆਪਾਂ ਕਹਿੰਦੇ ਇੰਤਕਾਲ ਚੜਾਇਆ ਹੈ ਪੰਚਾਇਤ ਦੇ ਨਾਂ, ਉਹ ਜੈਨੂਇਨ ਹੈ, ਠੀਕ ਹੈ, ਉਹਦੇ 'ਚ ਜੇ ਕੋਈ ਡਿਸਪਿਊਟ ਖੜਾ ਹੁੰਦਾ ਹੈ ਉਹਦੀ ਰਿਪੋਰਟਿੰਗ ਵੀ ਹੋਵੇ, ਪਲੱਸ ਉਹ ਡਿਸਪਿਊਟ ਨੂੰ 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਕਲੈਕਟਰ ਹੈ ਯਾਨੀ ਕਿ ਡਿਪਟੀ ਕਮਿਸ਼ਨਰ ਹੈ ਉਹ ਇਸ ਨੂੰ ਰਿਜ਼ੋਲਵ ਕਰਕੇ ਇੱਕ ਪਾਸੇ ਫੈਸਲਾ ਸੁਣਾਵੇ, ਕਿਉਂਕਿ ਇਸ 'ਚ ਡਿਸਪਿਊਟ ਹੋਏਗਾ। ਹੋ ਸਕਦਾ ਕੁਝ ਲੋਕ ਇਹ ਕਹਿਣ ਵੀ ਸਾਡੀ ਆਪਣੀ ਜਾਇਦਾਦ ਸੀ, ਰੈਵਨਿਊ ਰਿਕਾਰਡ ਦੇ ਵਿੱਚ ਕੁਝ ਕਮੀਆਂ ਖਾਮੀਆਂ ਹੋ ਸਕਦੀਆਂ ਨੇ, ਡਿਸਪਿਊਟ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਝਗੜੇ ਵੀ ਹੋ ਸਕਦੇ ਨੇ, ਕਈ ਚੀਜ਼ਾਂ ਕਲੀਅਰ ਨੇ, ਕਈ ਕਲੀਅਰ ਨਹੀਂ। ਬਿਲਕੁਲ। ਸੋ ਉਹਨਾਂ ਨੇ ਤਾਂ ਇੱਕ ਸਿੰਪਲ ਜਿਹਾ ਕੰਮ ਕੀਤਾ, ਆਪਣਾ ਪ੍ਰੋਸੈਸ ਉਹਨਾਂ ਦਾ ਔਨ ਹੈ, ਅੱਜ ਚੱਲਦਾ ਪਿਆ ਹੈ। ਮੈਂ ਤਾਂ ਸ਼ਾਇਦ ਅਨਲੈਸ ਅੰਟਿਲ ਮੈਂ ਕੋਈ ਮਿਸ ਕਰਤੀ ਹੋਵੇ ਹਰਿਆਣੇ ਦੀ ਅਖਬਾਰ, ਮੈਨੂੰ ਤਾਂ ਕਿਤੇ ਹਰਿਆਣੇ ਦੀ ਅਖਬਾਰ 'ਚ ਉਹ ਇਸ਼ਤਿਹਾਰਬਾਜ਼ੀ ਨਜ਼ਰ ਨਹੀਂ ਆਈ। ਲੇਕਿਨ ਉਹਨਾਂ ਨੇ ਫਰਮ ਦ ਵੈਰੀ ਬਿਗਨਿੰਗ ਜਿੱਦਾਂ ਹੀ ਆਰਡਰ ਆਇਆ ਉਸ ਤੋਂ ਹਫ਼ਤੇ ਦੇ ਅੰਦਰ ਅੰਦਰ ਹੀ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਵੀ ਕਰ ਦਿੱਤਾ। ਬਿਲਕੁਲ, ਕੰਮ ਵੀ ਸ਼ੁਰੂ ਕਰਤਾ, ਕੰਮ ਇਹਨਾਂ ਨੇ ਵੀ ਕੀਤਾ, ਆਪਣੇ ਵਾਲੇ ਵੀ ਕੰਮ ਕਰ ਰਹੇ ਨੇ। ਸੋਸ਼ਲ ਮੀਡੀਆ ਤੇ ਜ਼ਿਆਦਾ ਕੀਤਾ, ਅਖਬਾਰਾਂ 'ਚ ਜ਼ਿਆਦਾ ਕੀਤਾ, ਅਫਸਰਸ਼ਾਹੀ ਉਹਨਾਂ ਨੇ ਜ਼ਮੀਨੀ ਪੱਧਰ ਤੇ ਜ਼ਿਆਦਾ ਕੀਤਾ ਹੋਣਾ ਮੇਰੇ ਖਿਆਲ 'ਚ। ਬਿਲਕੁਲ ਠੀਕ ਕਹਿ ਰਹੇ ਹੋ, ਉਹਨਾਂ ਨੇ ਆਪਣਾ ਦੇਖੋ ਕੰਮ ਰੈਵਨਿਊ ਮਹਿਕਮੇ ਦਾ ਹੈ, ਰੈਵਨਿਊ ਡਿਪਾਰਟਮੈਂਟ ਆਫਿਸਰਸ ਨੇ। ਸਾਡੇ ਇੱਥੇ ਇੱਕ ਨਵਾਂ ਕਲਚਰ ਵੀ ਹੈ, ਹੁਣ ਤੁਸੀਂ ਦੇਖੋ ਨਵੀਂ ਜਿਹੜਾ ਇਹਦਾ ਰੀਜ਼ਨ ਮੈਂ ਸਮਝਦਾ, ਹੁਣ ਨਵੀਂ ਸਰਕਾਰ ਬਣੀ ਹੈ, ਨਵੇਂ ਮੰਤਰੀ ਸੰਤਰੀ ਸਭ ਨੂੰ ਕੁਝ ਨਾ ਕੁਝ ਕਰਕੇ ਵਿਖਾਣਾ ਹੈ, ਉੱਤੋਂ ਰਿਪੋਰਟ ਕਾਰਡ ਲੈ ਕੇ ਅਰਵਿੰਦ ਕੇਜਰੀਵਾਲ ਜੀ ਤਿਆਰ ਬੈਠੇ ਨੇ, ਦੱਸੋ ਕਿਹਨੇ ਕੀ ਕੀਤਾ। ਹੋ ਸਕਦਾ ਇਹਨਾਂ ਦੇ 15 ਦਿਨ ਹਫ਼ਤੇ 10 ਦਿਨ ਬਾਅਦ ਇਹਨਾਂ ਦਾ ਰਿਪੋਰਟ ਮੰਗੀ ਜਾਂਦੀ ਹੋਵੇ। ਸੋ ਫਿਰ ਜਿਹੜੇ ਅਫਸਰ ਬੈਠੇ ਹੁੰਦੇ ਨੇ, ਜਿਹੜੇ ਚਾਹੁੰਦੇ ਹੁੰਦੇ ਨੇ ਵੀ ਅਸੀਂ ਮਲਾਈਦਾਰ ਜਿਹੜੇ ਅਸਾਈਨਮੈਂਟਸ ਤੇ ਰਹੀਏ, ਹੁਣ ਉਹ ਹੀ ਕਹਿੰਦੇ ਨੇ ਵੀ ਮੰਤਰੀ ਸਾਹਿਬ, ਸੀਐਮ ਸਾਹਿਬ ਆਪਣੇ ਕੋਲ ਜੀ। ਹੁਣ ਮੈਨੂੰ ਹੈਰਾਨੀ ਇਹ ਸੀ ਵੀ ਇੰਨੀ ਪ੍ਰੈਸ ਕਾਨਫਰੰਸਿਸ ਹੋਈਆਂ, ਮੀਟਿੰਗਾਂ ਹੋਈਆਂ, ਕਿਸੇ ਪੱਤਰਕਾਰ ਨੇ ਜਾਂ ਕਿਸੇ ਨੇ ਸਵਾਲ ਹੀ ਨਹੀਂ ਪੁੱਛਿਆ। ਸੁਪਰੀਮ ਕੋਰਟ ਦੀ ਜੱਜਮੈਂਟ ਦਾ ਰੈਫਰੈਂਸ ਤੱਕ ਨਹੀਂ। ਪੰਜਾਬ ਦੇ ਜਿਹੜੇ ਪੰਚਾਇਤੀ ਰਾਜ ਮੰਤਰੀ ਨੇ ਮਤਲਬ ਘੱਟੋ ਘੱਟ 10 ਵਾਰ ਮੀਡੀਆ ਨਾਲ ਗੱਲਬਾਤ ਕੀਤੀ, ਕੋਈ ਇੱਕ ਵਾਰ ਤੱਕ ਜ਼ਿਕਰ ਕਰਦੇ ਵੀ ਯਾਰ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਤੇ ਅਸੀਂ ਉਸ ਦੇ ਉੱਤੇ ਬੇਸ ਕਰਕੇ ਇਹ ਐਕਸ਼ਨ ਕਰ ਰਹੇ ਹਾਂ। ਠੀਕ ਹੈ, ਇਹ ਕ੍ਰੈਡਿਟ ਸਰਕਾਰ ਨੂੰ ਹੀ ਜਾਣਾ ਹੈ ਕਿ ਸਰਕਾਰ ਨੇ ਜ਼ਮੀਨਾਂ ਖਾਲੀ ਕਰਾਈਆਂ, ਲੇਕਿਨ ਇਹ ਸੁਪਰੀਮ ਕੋਰਟ ਦੇ ਆਰਡਰ ਤੋਂ ਬਗੈਰ ਤੁਸੀਂ ਪਿੰਡਾਂ 'ਚ ਵੜ ਕੇ ਵੀ ਦਿਖਾ ਸਕਦੇ ਸੀ। ਇਸ ਗੱਲ ਦੇ ਉੱਤੇ ਵੀ ਮੈਨੂੰ ਬੜਾ ਸ਼ੱਕ ਤੇ ਸੰਸ਼ਾ ਹੈ। ਅੱਜ ਲੋਕ ਕਈ ਪੁੱਛਦੇ ਨੇ ਜੀ ਪਹਿਲੀਆਂ ਸਰਕਾਰਾਂ ਨੇ ਕਿਉਂ ਨਹੀਂ ਕਰਤਾ। ਉਹਨਾਂ ਨੂੰ ਪੁੱਛੋ ਵੀ ਜੇ 7 ਅਪ੍ਰੈਲ 2022 ਦਾ ਫੈਸਲਾ ਹੀ ਅਪ੍ਰੈਲ 2022 ਚ ਆਉਣਾ ਸੀ ਤਾਂ ਫਿਰ ਜਿਹੜੀ ਸਰਕਾਰ ਸੀ ਉਹ ਨਹੀਂ ਜ਼ਮੀਨਾਂ ਖਾਲੀ ਕਰਾਉਣੀਆਂ ਸੀ। ਕਿਉਂਕਿ ਇਹ ਸਵਾਲ ਹੋਇਆ ਹੈ, ਮੰਤਰੀ ਸਾਹਿਬ ਨੂੰ ਸਵਾਲ ਹੋਇਆ ਹੈ ਵੀ ਸਰ ਇਹ ਤਾਂ ਕਿ 100 ਸਾਲ ਪੁਰਾਣੀਆਂ ਜ਼ਮੀਨਾਂ ਵੀ ਕਈਆਂ ਦੀਆਂ ਹੈਗੀਆਂ ਨੇ, ਇੰਨੀਆਂ ਸਰਕਾਰਾਂ ਰਹਿ ਗਈਆਂ, ਕੈਪਟਨ ਸਾਹਿਬ ਵੀ ਰਹਿ ਗਏ, ਬਾਦਲ ਸਾਹਿਬ ਵੀ ਰਹਿ ਗਏ, ਹੋਰ ਬੜੇ ਮੁੱਖ ਮੰਤਰੀ ਰਹਿ ਗਏ, ਉਹਨਾਂ ਨੇ ਕਿਉਂ ਨਹੀਂ ਕੀਤਾ। ਅੱਗੇ ਮੇਰੇ ਖਿਆਲ ਜਵਾਬ ਇੱਦਾਂ ਹੀ ਸੀ ਵੀ ਸਾਡੀ ਨੀਅਤ ਤਾਂ। ਉਹਦੇ ਵੀ 2 ਐਸਪੈਕਟ ਨੇ। ਉਹ ਠੀਕ ਹੈ, ਦੇਖੋ ਸਰਕਾਰ ਨੇ ਕਹਿਣਾ ਵੀ ਅਸੀਂ ਦੇਖੋ ਇਹ ਇੱਕ ਬਹੁਤ ਵੱਡੀ ਪਲੱਸ ਹੈ ਸਰਕਾਰ ਦੇ, ਐਡਵਾਂਟੇਜ ਹੁੰਦਾ ਇਸ ਨੂੰ। ਕਹਿੰਦੇ ਵੀ ਸਰਕਾਰ ਆਈ, ਉਧਰੋਂ ਤੁਸੀਂ 16 ਮਾਰਚ ਨੂੰ ਸਰਦਾਰ ਭਗਵੰਤ ਮਾਨ ਸਹੁੰ ਚੁੱਕਦੇ ਨੇ ਤੇ 7 ਅਪ੍ਰੈਲ ਨੂੰ ਫੈਸਲਾ ਆ ਜਾਂਦਾ ਹੈ। ਸੋ ਜਿਹਨੂੰ ਕਹਿੰਦਾ ਵਿੰਡਫਾਲ, ਇਹ ਤਾਂ ਤੁਹਾਡੇ ਕੋਲ ਇੱਕ ਕੁਦਰਤੀ ਰੱਬੀ ਜਿਹਨੂੰ ਕਹਿੰਦੇ ਇੱਕ ਤੁਹਾਡੀ ਝੋਲੀ ਵਿੱਚ ਆ ਕੇ ਇੱਕ ਮੌਕਾ, ਅਪੋਰਚੁਨਿਟੀ ਗਿਰੀ ਤੇ ਤੁਸੀਂ ਉਸ ਨੂੰ ਕੈਸ਼ ਕਰੋਗੇ, ਕੈਪੀਟਲਾਈਜ਼ ਕਰੋਗੇ, ਉਹਦੇ 'ਚ ਕੋਈ ਗਲਤੀ ਨਹੀਂ। ਉਹ ਠੀਕ ਗੱਲ ਕਰ ਰਹੇ ਨੇ। ਹਾਂ, ਜਿਹੜੀ ਤੁਸੀਂ ਪੁਰਾਣੀਆਂ ਸਰਕਾਰਾਂ ਦੀ ਗੱਲ ਕੀਤੀ, ਪਹਿਲੀ ਗੱਲ ਤਾਂ ਇਸ ਆਰਡਰ ਤੋਂ ਬਗੈਰ ਤਾਂ ਕੋਈ ਵੀ ਸਰਕਾਰ ਕੁਝ ਵੀ ਨਹੀਂ ਕਰ ਸਕਦੀ ਸੀ। ਅੱਜ ਦੀ ਵੀ ਸਰਕਾਰ ਬਿਲਕੁਲ ਸਹੀ, ਠੀਕ ਹੈ ਨਾ। ਲੇਕਿਨ ਜਿਹੜੀ ਪਹਿਲੀਆਂ ਸਰਕਾਰਾਂ ਨੇ ਉਹਨਾਂ ਨੇ ਕੀਤਾ ਕੀ, ਹੁਣ ਜਿੱਥੇ ਤੁਸੀਂ ਪਹਿਲਾਂ ਸਵਾਲ, ਉਹ ਬੜਾ ਇੰਪੋਰਟੈਂਟ ਸਵਾਲ ਸੀ ਵੀ ਹਰਿਆਣਾ ਸਰਕਾਰਾਂ ਚੀਫ ਮਿਨਿਸਟਰ ਬਦਲੇ। ਹੁਣ 92 ਦੇ ਵਿੱਚ ਭਜਨ ਲਾਲ ਮੰਤਰੀ ਸੀ, ਮੁੱਖ ਮੰਤਰੀ ਸੀ, ਫਿਰ ਬੰਸੀ ਲਾਲ ਆਏ, ਉਸ ਤੋਂ ਬਾਅਦ ਓਮ ਪ੍ਰਕਾਸ਼ ਚੌਟਾਲਾ ਆਏ, ਸਾਰੀਆਂ ਵੱਖਰੀਆਂ ਪਾਰਟੀਆਂ। ਫਿਰ ਭੁਪਿੰਦਰ ਸਿੰਘ ਹੁੱਡਾ ਤਕਰੀਬਨ 9.5 ਸਾਲ ਰਹੇ ਤੇ ਹੁਣ ਮਨੋਹਰ ਲਾਲ ਖੱਟਰ ਤਕਰੀਬਨ 7.5 ਸਾਲ ਹੋ ਚੁੱਕੇ ਨੇ। ਸੋ ਅਲੱਗ-ਅਲੱਗ ਸਾਰੀ ਪਾਰਟੀਆਂ ਆਈਆਂ, ਲੇਕਿਨ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਕੇਸ ਹਾਰੇ, ਲੇਕਿਨ ਕੋਈ ਅਜਿਹੀ ਸਰਕਾਰ ਨਹੀਂ ਸੀ ਜਾਂ ਕੋਈ ਅਜਿਹੀ ਪੋਲੀਟੀਕਲ ਪਾਰਟੀ ਨਹੀਂ ਸੀ ਜਿਸ ਨੇ ਆਪਣਾ ਸਟੈਂਡ ਦੇ ਪਿੱਛੇ ਹਟ ਗਏ ਹੋਣ। ਬਿਲਕੁਲ। ਪੰਚਾਇਤੀ ਜ਼ਮੀਨਾਂ ਨੂੰ ਖਾਲੀ ਕਰਵਾਉਣ, ਕਬਜ਼ੇ ਹਟਵਾਉਣ ਲਈ ਹਰਿਆਣਾ ਦੀ ਪੋਲੀਟੀਕਲ ਕਲਾਸ, ਲੀਡਰਾਂ, ਮੁੱਖ ਮੰਤਰੀਆਂ ਤੇ ਸਰਕਾਰਾਂ ਨੇ ਪਹਿਰਾ ਦਿੱਤਾ। ਉਹ ਲੜਾਈ ਨੂੰ 30 ਸਾਲ ਲੜ ਕੇ ਸੁਪਰੀਮ ਕੋਰਟ 'ਚ ਜਿੱਤਿਆ ਤੇ ਸਾਡੇ ਇੱਥੇ ਮੰਤਰੀ ਸਾਹਿਬ ਫੋਟੋਆਂ ਖਿਚਵਾਉਂਦੇ ਫਿਰ ਰਹੇ ਨੇ। ਠੀਕ ਹੈ, ਚੰਗੀ ਗੱਲ ਹੈ ਫੋਟੋਆਂ ਖਿਚਵਾਉਣ, ਲੇਕਿਨ ਤੁਸੀਂ ਜਿਹੜਾ ਕ੍ਰੈਡਿਟ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਨੂੰ ਬਣਦਾ ਉਹ ਦਿਓ
ਸੈਕੰਡਲੀ ਜਿਹੜੀ ਹਲੀਮੀ ਦੇ ਨਾਲ, ਜਿਹੜੀ ਸਿੰਪਲ ਸਾਦਗੀ ਦੇ ਨਾਲ ਹਰਿਆਣਾ ਦੇ ਵਿੱਚ ਕੰਮ ਹੋ ਰਿਹਾ ਹੈ, ਕੋਈ ਮੈਂ ਮਤਲਬ ਇੱਕ ਟਰਮ ਯੂਜ਼ ਕਰਦਾ, ਕੋਈ ਜ਼ਿਆਦਾ ਦਿਖਾਵੇਬਾਜ਼ੀ ਨਹੀਂ, ਕੋਈ ਸ਼ੋਸ਼ੇਬਾਜ਼ੀ ਨਹੀਂ, ਤੁਸੀਂ ਆਪਣਾ ਕੰਮ ਕਰੋ। ਕਾਨੂੰਨ ਆਪਣਾ ਕੰਮ ਕਰ ਰਿਹਾ, ਮਹਿਕਮੇ ਨੇ ਆਪਣਾ ਕੰਮ ਕਰਨਾ, ਮੰਤਰੀ ਆਪਣਾ ਕੰਮ ਕਰਨ। ਮੰਤਰੀ ਦਾ ਕੰਮ ਇਹ ਥੋੜਾ ਨਾ ਕਿ ਜਾ ਕੇ ਕਬਜ਼ੇ ਛੁਡਾਉਣਾ ਕਿਸੇ ਹੋਰ ਦਾ ਕੰਮ ਹੈ। ਜੇ ਅਸੀਂ ਠੀਕ ਹੈ ਦਿਖਾਣਾ ਚਾਹੁੰਦੇ ਸੀ, 1-2 ਵਾਰ ਕਰਕੇ ਦਿਖਾਤਾ। ਦੂਸਰਾ ਹੁਣ ਜਿਹੜਾ ਉਸ ਤੋਂ ਵੱਡਾ ਚੈਲੰਜ ਇਹ ਹੈ ਕਿ ਤੁਸੀਂ ਇਸ ਨੂੰ ਇੱਕ ਜਿਸਨੂੰ ਕਹਿਣਾ ਵੀ ਬਿਟਸ ਐਂਡ ਪੀਸਿਸ ਦੇ ਵਿੱਚ ਕਰ ਰਹੇ ਹੋ। 1000 ਏਕੜ 44 ਤੁਸੀਂ ਪਹਿਲਾਂ ਇੱਕ ਅਫਸਰਾਂ ਦੇ ਨਾਲ ਬੈਠ ਕੇ ਇਹਦੀ ਇੱਕ ਵਿਉਂਤਬੰਦੀ ਕਰਨ ਦੀ ਲੋੜ ਹੈ। ਪਹਿਲਾਂ ਅਗਰ ਤੁਹਾਨੂੰ ਇਹ ਫਿਗਰ ਤੁਹਾਡੇ ਕੋਲ ਹੈ ਕਿ ਕਿੰਨੀ ਜ਼ਮੀਨ ਹੈ ਜਿਹੜੀ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਸ਼ਾਮਲਾਟ ਦੇ ਰਹੀਆਂ ਉਹ ਜ਼ਮੀਨਾਂ ਜੋ ਕਿ ਨਜਾਇਜ਼ ਕਬਜ਼ਾ ਹੇਠ ਨੇ, ਕਿਉਂਕਿ ਇਹਦੇ ਤੋਂ ਤਾਂ ਪੰਜਾਬ ਦੇ ਵਿੱਚ ਕਮਿਸ਼ਨ ਬਣੇ। ਜਸਟਿਸ ਕੁਲਦੀਪ ਸਿੰਘ ਦਾ ਕਮਿਸ਼ਨ ਸੀ ਜਿਸ ਨੇ ਕਿ ਇੱਕ ਰਿਪੋਰਟ ਦਿੱਤੀ। ਉਹ ਰਿਪੋਰਟ ਠੰਡੇ ਬਸਤੇ ਵਿੱਚ ਰੱਖੀ ਗਈ। ਉਸ ਤੋਂ ਬਾਅਦ ਇੱਕ ਕੈਬਨਿਟ ਸਬ ਕਮੇਟੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਬਣਾਈ, ਜਸਟਿਸ SS ਸਾਰੋਂ ਨੇ ਵੀ ਰਿਵਿਊ ਕੀਤਾ। ADGP ਜਿਹੜੇ ਚੰਦਰਸ਼ੇਖਰ ਨੂੰ 2006-7 ਦੇ ਆਸ-ਪਾਸ ਲਾਇਆ ਗਿਆ ਸੀਗਾ ਇਸ ਕੇਸ ਦੇ ਵੀ, ਸ਼ਾਇਦ ਮੈਂ ਸਾਲ ਉੱਤੇ ਥੱਲੇ ਹੋ ਸਕਦਾ ਹੈ, ਉਹਨਾਂ ਦਾ ਅੰਕੜਾ ਸੀ ਵੀ 8 ਲੱਖ ਏਕੜ ਦੇ ਆਸ-ਪਾਸ ਜ਼ਮੀਨ ਹੈ ਪੰਜਾਬ ਦੇ ਵਿੱਚ, ਜੋ ਕਿ ਜਿਸ ਤੋਂ ਤਾਂ ਨਜਾਇਜ਼ ਕਬਜ਼ੇ ਨੇ। 8 ਲੱਖ ਏਕੜ ਐਪਰੋਕਸੀਮੇਟ ਜੀ। ਸੋ ਲੱਖਾਂ ਏਕੜਾਂ ਦੇ ਵਿੱਚ ਹੈ। ਮੈਨੂੰ ਹੈਰਾਨੀ ਸੀ ਜਦੋਂ ਪੰਜਾਬ ਦੇ ਮੰਤਰੀ ਸਾਹਿਬ ਕਹਿ ਰਹੇ ਸੀ ਵੀ 50,000 ਏਕੜ ਹੈ। ਪਹਿਲੀ ਤੁਸੀਂ ਪ੍ਰੈਸ ਕਾਨਫਰੰਸਾਂ ਦੇਖੋ, ਪ੍ਰੈਸ ਨੋਟ ਦੇਖੋ, 50,000 ਏਕੜ। ਸੋ ਫੈਕਟ ਆਫ ਦਾ ਮੈਟਰ ਇਜ਼ ਤੁਸੀਂ ਸੁਪਰੀਮ ਕੋਰਟ ਦੇ ਆਰਡਰ ਬਾਰੇ ਲੋਕਾਂ ਨੂੰ ਦੱਸਦੇ ਨਹੀਂ ਹੋ। ਠੀਕ ਹੈ, ਤੁਹਾਡੇ ਆਪਣੇ ਮਫਾਦ ਹੋ ਸਕਦੇ ਨੇ, ਲੇਕਿਨ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਅੱਜ ਜ਼ਮੀਨ ਪੰਜਾਬ ਦੇ ਵਿੱਚ ਕਿੰਨੀ ਹੈ ਸ਼ਾਮਲਾਟ ਦੇ ਅੰਡਰ। ਕੀ ਰੈਵਨਿਊ ਡਿਪਾਰਟਮੈਂਟ ਨੂੰ ਇਹ ਨਹੀਂ ਪਤਾ? ਮੇਰਾ ਬੜਾ ਸਿੰਪਲ ਜਿਹਾ ਪੁਆਇੰਟ ਹੈ। ਤੇ ਇੰਨੇ ਦਿਨ ਹੋ ਚੁੱਕੇ ਨੇ, 7 ਅਪ੍ਰੈਲ ਤੇ ਅੱਜ ਆਪਾਂ ਬੈਠੇ ਹਾਂ, ਤਰੀਕ ਹੈਗੀ ਅੱਜ 13-14 ਮਈ, ਤੇ ਆਪਾਂ 1.5 ਮਹੀਨਾ ਹੋ ਚੁੱਕਾ ਆਰਡਰ ਆਏ ਤੋਂ ਬਗੈਰ ਕਿ ਰੈਵਨਿਊ ਡਿਪਾਰਟਮੈਂਟ ਨੇ ਇੱਕ ਫਿਗਰ ਸਰਕਾਰ ਨੂੰ ਦਿੱਤੀ ਵੀ ਜੀ ਇਹ 8 ਲੱਖ ਤੁਸੀਂ ਚੰਦਰਸ਼ੇਖਰ ADGP ਦੀ ਫਿਗਰ ਨੂੰ ਨਾ ਮੰਨੋ, ਜਾਂ ਜਸਟਿਸ ਕੁਲਦੀਪ ਸਿੰਘ ਨੇ ਕੀ, ਉਹਨਾਂ ਦੀ ਤਾਂ ਰਿਪੋਰਟ ਹੀ ਪਬਲਿਕ ਡੋਮੇਨ ਦੇ ਵਿੱਚ ਨਹੀਂ ਹੈ, ਅਖਬਾਰਾਂ ਨੇ ਉਹਦੇ ਐਕਸਰਪਟ ਛਾਪੇ ਨੇ, ਸੋ ਕਿਸੇ ਨੂੰ ਨਹੀਂ ਪਤਾ, ਠੀਕ ਹੈ ਨਾ। ਲੇਕਿਨ ਲੱਖਾਂ ਏਕੜ ਦੇ ਵਿੱਚ ਹੈ। ਮੇਰਾ ਜਿਹੜਾ ਆਪਣਾ ਅੰਦਾਜ਼ਾ ਹੈ, ਜੇ ਉਹ ਚੰਦਰਸ਼ੇਖਰ 8 ਲੱਖ ਏਕੜ ਕਹਿ ਰਹੇ ਨੇ, ਜੋ ਐਗਜ਼ੈਜੂਰੇਟ ਵੀ ਕਰ ਰਹੇ ਹੋਣ, ਵਧਾ ਚੜਾ ਕੇ ਵੀ ਫਿਗਰ ਨੂੰ ਦੱਸ ਰਹੇ ਹੋਣ, ਤਾਂ ਵੀ 3-4-5 ਲੱਖ ਏਕੜ ਤੋਂ ਥੱਲੇ ਜ਼ਮੀਨ ਨਹੀਂ ਹੈ। ਹੁਣ ਸਵਾਲ ਇੱਕ ਪਤਾ ਹੁੰਦਾ ਹੈ ਵੀ ਆ ਜਿਹੜਾ ਹੁਣ ਤੁਸੀਂ ਇਸ਼ਤਿਹਾਰ ਦੇ ਰਹੇ ਹੋ, ਹੁਣ ਤਾਂ ਸਵਾਲ ਇਸ ਵਕਤ ਜਿਹੜਾ ਚੈਲੰਜ ਤੇ ਜਿਹੜਾ ਤੁਹਾਡਾ ਟਾਰਗੇਟ ਹੈ ਉਹ ਇਹ ਹੈ ਕਿ 8 ਜਾਂ 5 ਲੱਖ ਏਕੜ ਦੇ ਵਿੱਚੋਂ ਤੁਸੀਂ ਕਿੰਨੀ ਜ਼ਮੀਨ ਖਾਲੀ ਕਰਾਓਗੇ, ਕਿੰਨੀ ਦੇਰ 'ਚ ਖਾਲੀ ਕਰਾਓਗੇ। ਸਰ ਇਹ ਟਾਰਗੇਟ ਆਪਣੇ ਅੱਗੇ ਸੈੱਟ ਜੇ ਹੋ ਸਕਦੇ ਹੋ, ਕਿਉਂਕਿ ਤੁਸੀਂ ਲੋਕਾਂ ਨੂੰ ਸੁਪਰੀਮ ਕੋਰਟ ਦੀ ਜਜਮੈਂਟ ਬਾਰੇ ਨਾ ਦੱਸੋ, ਠੀਕ ਹੈ, ਤੁਹਾਡਾ ਰਾਈਟ ਤਾਂ ਨਹੀਂ ਹੈ। ਦੇਖੋ ਇਹ ਜਿਹੜੀ ਐਡ ਤੁਸੀਂ ਅੱਜ ਜ਼ਿਕਰ ਕੀਤਾ, ਇਹ ਸੂਚਨਾ ਅਤੇ ਜਨ ਸੰਪਰਕ ਵਿਭਾਗ ਤੇ ਸੂਚਨਾ ਹੁੰਦਾ ਇਨਫੋਰਮੇਸ਼ਨ। ਜੇ ਤੁਸੀਂ ਇਨਫੋਰਮੇਸ਼ਨ ਨੂੰ ਮੁਕੰਮਲ ਤੌਰ ਤੇ ਦੇ ਦਿੰਦੇ ਆ ਲੋਕਾਂ ਨੂੰ, ਚੰਗੀ ਗੱਲ ਹੈ। ਤੇ ਜੇ ਆਪਾਂ ਬੜੀ ਕ੍ਰਿਟੀਕਲ ਇਨਫੋਰਮੇਸ਼ਨ ਨੂੰ ਆਪਣੇ ਕੋਲ ਰੱਖ ਲੈਂਦੇ ਆ, ਉਸ ਨੂੰ ਸਾਂਝਾ ਨਹੀਂ ਕਰਦੇ, ਜਿਹਨੂੰ ਕਹਿੰਦਾ ਵੀ ਅੱਧੀ ਕਹਾਣੀ ਦੱਸੋ, ਤੇ ਅੱਧੀ ਕਹਾਣੀ ਨੂੰ ਫਸਾਨਾ ਬਣ ਕੇ ਰਹਿਣ ਤੋਂ ਲੋਕ ਸੋਚੀ ਜਾਣ ਵੀ ਅਚਾਨਕ ਕੀ ਜਾਦੂ ਦੀ ਛੜੀ ਘੁਮਾਈ ਮੰਤਰੀ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਕਿ ਕਬਜ਼ੇ ਖਾਲੀ ਕਰਨੇ ਸ਼ੁਰੂ ਹੋ ਗਏ। ਸੋ ਛੜੀ ਤਾਂ ਜਿਹੜੀ ਸੀ ਸੁਪਰੀਮ ਕੋਰਟ ਨੇ ਘੁਮਾਈ ਹੈ। ਇਹ ਉਹਦਾ ਲਾਹਾ ਲੈਣਾ ਚਾਹ ਰਹੇ ਨੇ, ਲੈ ਲੈਣ, ਕੋਈ ਦਿੱਕਤ ਨਹੀਂ। ਲੇਕਿਨ ਅੱਜ ਵੀ ਆਪਣੇ ਲੱਛਣ ਸੁਧਾਰਨ। ਤੁਸੀਂ ਇੱਕ ਕਮਿਸ਼ਨ ਬਣੇ, ਕੋਈ ਕਮੇਟੀ ਬਣੇ, ਤੁਸੀਂ ਬਣਾ ਲਈ ਹੈ, ਤੁਸੀਂ ਇੱਕ ਫਿਗਰ ਦਿਓ ਪੰਜਾਬ ਨੂੰ। ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਕੋਲ ਕਿੰਨੀ ਲੱਖ ਏਕੜ ਜ਼ਮੀਨ ਹੈ ਜੋ ਕਿ ਨਜਾਇਜ਼ ਕਬਜ਼ਿਆਂ ਦੇ ਹੇਠ ਸ਼ਾਮਲਾਟ ਦੀ ਹੈ, ਸ਼ਾਮਲਾਟ ਦੀ ਉਹ ਜ਼ਮੀਨ ਜੋ ਕਿ ਸੁਪਰੀਮ ਕੋਰਟ ਦੇ ਇਸ ਜਿਹੜਾ ਫੈਸਲਾ ਹੈ ਉਸ ਦੇ ਦਾਇਰੇ ਦੇ ਵਿੱਚ ਖਾਲੀ ਕਰਵਾਈ ਜਾਣੀ ਹੈ। ਤੇ ਫਿਰ ਉਹਦੇ ਲਈ ਇੱਕ ਟਾਈਮ ਲਿਮਿਟ ਦਿਓ, ਤੇ ਫਿਰ ਉਹਨੂੰ ਖਾਲੀ ਕਰਾਓ, ਫਿਰ ਪਤਾ ਲੱਗੂਗਾ ਐਫੀਸ਼ੀਐਂਸੀ ਦਾ। ਇਹ ਬੜਾ ਵੱਡਾ ਸਵਾਲ ਇਸ ਵਾਸਤੇ ਹੈ ਕਿਉਂਕਿ ਹੁਣ ਤੁਸੀਂ ਕਿਹੜੀਆਂ ਜ਼ਮੀਨਾਂ ਖਾਲੀ ਕਰਾਓਗੇ, ਕਿਹੜੇ ਪਿੰਡਾਂ 'ਚ, ਕਿਹੜੇ ਇਲਾਕਿਆਂ 'ਚ ਤੁਸੀਂ ਸਖਤੀ ਕਰੋਗੇ, ਕਿਹੜਿਆਂ 'ਚ ਤੁਸੀਂ ਢਿੱਲੇ ਰਹੋਗੇ। ਇਸ ਚੀਜ਼ ਦਾ ਮਾਪਦੰਡ ਤੇ ਇਸ ਚੀਜ਼ ਨੂੰ ਸਮਝਣ ਵਾਲਾ ਕੌਣ ਹੈ? ਤੁਸੀਂ ਦੱਸ ਦਿਓ। ਜੇ ਸਾਨੂੰ ਅੱਜ ਤੱਕ 1.5 ਮਹੀਨੇ ਤੱਕ ਸਾਡਾ ਪੰਜਾਬ ਤੇ ਤਾਂ ਬੁੱਧੀਜੀਵੀ ਭਾਈਚਾਰੇ ਨੂੰ ਜੇ ਇਹ ਨਹੀਂ ਪਤਾ ਵੀ ਸੁਪਰੀਮ ਕੋਰਟ ਦਾ ਅਪ੍ਰੈਲ 7, 2022 ਦਾ ਇੱਕ ਫੈਸਲਾ ਇਹ ਸਾਰੀ ਜ਼ਮੀਨਾਂ ਨੂੰ, ਸ਼ਾਮਲਾਟ ਜ਼ਮੀਨਾਂ ਨੂੰ ਖਾਲੀ ਕਰਨ ਦਾ ਆਧਾਰ ਬਣ ਰਿਹਾ ਹੈ, ਤਾਂ ਫਿਰ ਬਾਅਦ 'ਚ ਸਰਕਾਰ ਤੋਂ ਕੌਣ ਪੁੱਛ ਲੇਗਾ ਜਦੋਂ ਸਾਡੇ ਸਾਹਮਣੇ ਅੰਕੜਾ ਹੀ ਨਹੀਂ ਵੀ ਕਿੰਨੇ ਲੱਖ ਜਾਂ ਕਿੰਨੇ ਹਜ਼ਾਰ ਏਕੜ ਜ਼ਮੀਨ ਖਾਲੀ ਆਪਾਂ ਕਰਾਣੀ ਹੈ। ਬਿਲਕੁਲ, ਸਰਕਾਰ ਨੂੰ ਇਹ ਅੰਕੜਾ ਵੀ ਮੇਰੇ ਖਿਆਲ ਜਾਰੀ ਕਰਨਾ ਚਾਹੀਦਾ ਹੈ, ਰੈਵਨਿਊ ਡਿਪਾਰਟਮੈਂਟ ਨੂੰ ਖਾਸ ਕਰਕੇ, ਵੀ ਕਿੰਨੀ ਪੰਚਾਇਤੀ ਜਾਂ ਸ਼ਾਮਲਾਟ ਜ਼ਮੀਨ ਕਬਜ਼ਿਆਂ ਦੇ ਅਧੀਨ ਹੈਗੀ ਹੈ। ਇਹ ਮੇਰੇ ਖਿਆਲ ਅੰਕੜਾ ਕੱਢਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਪਤਾ ਲੱਗੇ। ਮੈਂ ਇਹਦਾ ਕਹਿ ਰਿਹਾ ਨਹੀਂ, ਇਹਨਾਂ ਤੋਂ ਸੁਪਰੀਮ ਕੋਰਟ ਦੇ ਫੈਸਲੇ ਦੀ ਇੱਕ ਤਰੀਕ ਤੱਕ ਤਾਂ ਆਪਣੇ ਇਸ਼ਤਿਹਾਰ ਵਿੱਚ ਪਵਾਈ ਨਹੀਂ ਗਈ, ਤੇ ਉਹ ਚੀਜ਼ ਦਾ ਹੁਣ ਕਿਵੇਂ ਇਹਨੂੰ ਐਨਾਲਾਈਜ਼ ਕਰਨਗੇ ਵੀ ਯਾਰ ਕਿੰਨੀ। ਲੇਕਿਨ ਫਿਰ ਇਹ ਤਾਂ ਇੱਕ ਬਹੁਤ ਵੱਡੇ ਸਕੈਂਡਲ ਵੱਲ ਨੂੰ ਵੀ ਇਸ਼ਾਰਾ ਕਰਦੀ ਹੈ ਇਹ ਗੱਲ। ਦੇਖੋ ਸਕੈਂਡਲ ਤਾਂ ਨਹੀਂ, ਲੇਕਿਨ ਸਕੈਂਡਲ ਇਹ ਹੋ ਰੱਖਿਆ ਤੇ ਭਵਿੱਖ ਵਿੱਚ ਹੋ ਸਕਦਾ। ਨਹੀਂ, ਹੁਣ ਜਿਵੇਂ ਖਾਲੀ ਹੋਣੀਆਂ ਨੇ ਤੇ ਹੁਣ ਕੀ ਰੈਵਨਿਊ ਰਿਕਾਰਡ ਵਿੱਚ ਛੇੜਛਾੜ ਨਹੀਂ ਹੋ ਸਕਦੀ? ਨਹੀਂ, ਰੈਵਨਿਊ ਰਿਕਾਰਡ ਦੇ ਵਿੱਚ ਛੇੜਛਾੜ ਦੀ ਸੰਭਾਵਨਾ ਨਹੀਂ ਹੈ, ਪਹਿਲੀ ਗੱਲ, ਕਿਉਂਕਿ ਇਹ ਦੱਸਦੀ ਹੈ ਵੀ ਦੇਖੋ 48 ਦੇ ਵਿੱਚ ਜਦੋਂ ਕੰਸੋਲੀਡੇਸ਼ਨ ਹੋਈ ਸੀ ਉਸ ਵਕਤ ਜ਼ਮੀਨਾਂ ਦੀ ਇੰਤਕਾਲ ਵਗੈਰਾ ਜਿਹੜੇ ਸੀ ਪੰਚਾਇਤਾਂ ਦੇ ਨਾਂ ਤੇ ਚੜ ਜਾਂਦੀਆਂ ਨੇ, ਚੜੀਆਂ ਜ਼ਮੀਨਾਂ। ਉਸ ਤੋਂ ਬਾਅਦ 57 ਦੇ ਆਸ-ਪਾਸ ਵੀ ਚੜੀਆਂ। ਉਸ ਤੋਂ ਬਾਅਦ ਆ ਜਿਹੜਾ ਵਿਲੇਜ ਕਾਮਨ ਲੈਂਡ ਐਕਟ ਆਇਆ 1961 ਦਾ। ਸੋ ਜ਼ਮੀਨਾਂ ਕਿਹੜੀਆਂ ਕਿੱਥੇ ਚੜੀਆਂ, ਇਹ ਤਾਂ ਜ਼ਿਆਦਾਤਰ ਪਬਲਿਕ ਡੋਮੇਨ ਦੇ ਵਿੱਚ ਹੀ ਹੈ।
ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਹੈ, ਕੋਈ ਫੇਰ ਨਹੀਂ ਹੋ ਸਕਦੀ ਜ਼ਿਆਦਾਤਰ, ਮੈਂ ਕਹਿੰਦਾ ਵੀ 20-25 ਕੇਸਿਸ ਦੇ ਵਿੱਚ। ਲੇਕਿਨ ਗੱਲ ਐਨਫੋਰਸਮੈਂਟ ਦੀ ਹੈ। ਹੁਣ ਐਨਫੋਰਸਮੈਂਟ ਹੈ ਵੀ ਤੁਹਾਨੂੰ ਪਤਾ ਵੀ ਨਾਰਕੋਟਿਕਸ ਜਾਂ ਸਮੈਕ ਤੇ ਚਿੱਟਾ ਵੇਚਣਾ ਗਲਤ ਹੈ, ਲੇਕਿਨ ਕਿਹੜੇ ਇਲਾਕੇ 'ਚ ਚਿੱਟਾ ਵੇਚਿਆ ਜਾਂਦਾ ਹੈ, ਕਿਹੜੇ ਇਲਾਕੇ 'ਚ ਪੁਲਿਸ ਸਖਤ ਹੈ ਤੇ ਕਿਹੜੇ ਇਲਾਕੇ 'ਚ ਪੁਲਿਸ ਸਖਤ ਨਹੀਂ ਹੈ, ਇਹ ਤਾਂ ਪੁਲਿਸ ਦੇ ਹੱਥ ਵਿੱਚ ਹੈ ਨਾ, ਇਹ ਤਾਂ ਐਨਫੋਰਸਮੈਂਟ ਏਜੰਸੀ ਦੇ ਹੱਥ ਵਿੱਚ ਹੈ। ਉਸੇ ਤਰੀਕੇ ਨਾਲ ਮੈਂ ਇਹ ਸਥਿਤੀ ਹੈ, ਇਹ ਕੋਈ ਕਮਿਸ਼ਨ ਨਹੀਂ, ਤੁਸੀਂ ਕਿਹੜੇ ਪਿੰਡਾਂ ਜਾਂ ਕਿਹੜੇ ਇਲਾਕਿਆਂ ਨੂੰ ਲੀਨੀਅੰਟਲੀ ਹੈਂਡਲ ਕਰੋਗੇ, ਕਿਹੜਾ ਕਿੱਥੇ ਤੁਸੀਂ ਸਖਤੀ ਕਰ ਸਕਦੇ ਹੋ, ਕਿਹੜੇ ਲੋਕ ਵੋਲੰਟਰੀਲੀ, ਜਿਵੇਂ ਮੰਤਰੀ ਸਾਹਿਬ ਨੇ ਦੱਸਿਆ ਵੀ ਅਸੀਂ ਤਾਂ ਆਪਣੀ ਖੁਦ ਕੇ ਦੱਸ ਰਹੇ ਕਿ ਜੀ ਪਿੰਡਾਂ ਵਾਲੇ ਖੁਦ ਪੰਚਾਇਤਾਂ ਅਪਰੋਚ ਕਰ ਰਹੀਆਂ ਨੇ। ਦੂਸਰਾ, ਕਈ ਥਾਂ ਤੇ ਉੱਤੇ ਲੋਕਾਂ ਨੇ ਨਜਾਇਜ਼ ਜਿਹੜੇ ਕਬਜ਼ੇ ਸੀ ਉਹ ਠੇਕੇ ਲੈਂਦੇ ਸੀ, ਅੱਜ ਉਵੇਂ ਦੀਆਂ ਵੀ ਚਰਚਾਵਾਂ ਆ ਰਹੀਆਂ ਨੇ, ਅੱਜ ਉਹਨਾਂ ਲੋਕਾਂ ਨੂੰ ਵਾਪਸ ਠੇਕੇ ਦਿੱਤੇ ਜਾ ਰਹੇ ਨੇ ਵੀ ਠੀਕ ਹੈ ਪੰਚਾਇਤ ਨੇ ਇਹ ਐਲਾਨ ਕਰਤਾ ਵੀ ਅਸੀਂ ਜ਼ਮੀਨ ਵਾਪਸ ਕਰਤੀ, ਲੋਕਾਂ ਨੇ ਪੰਚਾਇਤ ਨੂੰ ਦਿੱਤੀ ਲੇਕਿਨ ਠੇਕਾ ਫਿਰ ਉਸੇ ਬੰਦੇ ਨੂੰ ਵਾਪਸ ਚਲਾ ਗਿਆ। ਇਹ ਵੀ ਹੋ ਰਿਹਾ ਹੈ। ਸੋ ਇਹ ਵੀ ਚੀਜ਼ ਚਲੋ ਇਹ ਇੰਨੀ ਗਲਤ ਨਹੀਂ ਮੈਂ ਇਸ ਨੂੰ ਮੰਨਦਾ, ਇੱਕ ਸਿਸਟਮ ਹੈ, ਗੱਲਬਾਤ ਨੂੰ ਕਹਿਣ ਦਾ ਢੰਗ ਹੈ, ਲੇਕਿਨ ਲੈ ਦੇ ਕੇ ਇਸ ਉੱਤੇ ਟਰਾਂਸਪੇਰੈਂਸੀ ਬੜੀ ਜ਼ਰੂਰੀ ਹੈ। ਇਹ ਬਹੁਤ ਵੱਡਾ ਇਸ਼ੂ ਹੈ। ਲੱਖਾਂ ਏਕੜ ਜ਼ਮੀਨ ਨੂੰ ਵਾਪਸ ਲੈਣ ਦਾ ਮਤਲਬ ਇੱਕ ਬੜਾ ਵੱਡਾ ਰਿਸੋਰਸ ਤੁਸੀਂ ਕ੍ਰੀਏਟ ਕਰ ਸਕਦੇ ਹੋ, ਤੁਹਾਡੇ 'ਚ ਕੈਪੈਸਿਟੀ ਹੈ, ਲੇਕਿਨ ਉਹਦੇ ਲਈ ਤੁਹਾਨੂੰ ਟਰਾਂਸਪੇਰੈਂਟ ਰਹਿਣਾ ਪਏਗਾ। ਇਹ ਜਿਹੜੀ ਜੁਮਲੇਬਾਜ਼ੀ, ਮੈਂ ਤਾਂ ਇਸ ਨੂੰ ਕਹਾਂਗਾ, ਪਹਿਲਾਂ ਬੀਜੇਪੀ ਵਾਲੇ ਦੇ ਮੰਤਰੀ ਸੰਤਰੀ ਕਰਦੇ ਰਹੇ ਤੇ ਹੁਣ ਆਪਾਂ ਵੀ ਇਹ ਵੱਡੇ ਨਾਰੇ ਵੀ ਪਰਚੇ ਕਰ ਦਾਂਗੇ ਤੇ ਖਰਚੇ ਦੇ ਦਿਓ, ਇਹਦੇ ਨਾਲ ਗੱਲਬਾਤ ਨਹੀਂ ਬਣਨੀ। ਪਹਿਲਾਂ ਸਰਕਾਰ ਆਪਣਾ ਕੰਮ ਕਰੇ, ਰੈਵਨਿਊ ਮਹਿਕਮਾ ਦੱਸੇ ਵੀ ਕਿੰਨੇ ਲੱਖ ਜ਼ਮੀਨ ਹੈ, ਕਿੱਥੇ ਨਿਸ਼ਾਨਦੇਹੀ ਕਰ ਲਓ। ਅਖਬਾਰ ਦੇ ਵਿੱਚ ਜਿੱਡਾ ਵੱਡਾ ਪੇਜ ਤੁਸੀਂ ਇਸ਼ਤਿਹਾਰ ਦਿੱਤਾ, ਮੈਂ ਕਹਿੰਦਾ ਪੂਰਾ ਅਖਬਾਰ ਭਰ ਦਿਓ, ਜ਼ਮੀਨਾਂ ਦੇ ਵੇਰਵੇ ਦੇ ਦਿਓ ਵੀ ਇਹ ਜ਼ਮੀਨਾਂ ਨੇ, ਅਸੀਂ ਇਹਨਾਂ ਨੂੰ ਆਹ ਤਰੀਕ ਤੱਕ ਦਿੰਨੇ, ਇੱਕ ਲਾਈਨ ਲਿਖਣ ਦੀ ਲੋੜ ਹੈ, ਇਸ ਤਰੀਕ ਤੱਕ ਇਹ ਸਾਰੇ ਕਬਜ਼ੇ ਖਾਲੀ ਹੋ ਜਾਣ। 10 ਦਿਨ ਤੁਸੀਂ ਅਖਬਾਰ ਦੇ ਦਿਓ ਸਰਕਾਰੀ ਖਰਚੇ ਤੇ ਕੋਈ ਦਿੱਕਤ ਨਹੀਂ, ਕਿਉਂਕਿ ਜਿੰਨਾ ਪੈਸਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਇਸ ਸਿਸਟਮ ਦੇ ਜ਼ਰੀਏ ਆ ਸਕਦਾ, ਪੰਚਾਇਤਾਂ ਦੇ ਖਜ਼ਾਨੇ ਵਿੱਚ, ਸਰਕਾਰ ਦੇ ਖਜ਼ਾਨੇ ਵਿੱਚ ਨਹੀਂ, ਪੰਚਾਇਤਾਂ ਕੋਲੇ ਜ਼ਮੀਨਾਂ ਵਾਪਸ ਆਉਣ ਨਾਲ ਇੱਕ ਬੜਾ ਵੱਡਾ ਐਡੀਸ਼ਨਲ ਇਨਕਮ ਦਾ ਸਾਧਨ, ਰਿਸੋਰਸ ਪੈਦਾ ਹੋਣਾ ਹੈ। ਉਹਨੂੰ ਕਿਵੇਂ ਵਰਤਣਾ ਹੈ, ਉਹਦੀ ਅੱਗੇ ਪਲੈਨਿੰਗ ਕੀਤੀ ਜਾ ਸਕਦੀ ਹੈ। ਸੋ ਬਹੁਤ ਕੁਝ, ਬਹੁਤ ਪੋਸੀਬਿਲਿਟੀਜ਼ ਹੈ, ਲੇਕਿਨ ਇਹ ਤਾਂ ਮਤਲਬ ਹੁਣ ਹਜੇ ਜੋ ਗੱਲਾਂ ਹੋ ਰਹੀਆਂ ਨੇ ਹਵਾ 'ਚ ਹੀ ਲੱਗ ਰਹੀਆਂ ਨੇ। ਬਿਲਕੁਲ ਹਵਾ 'ਚ ਲੱਗ ਰਹੀਆਂ ਨੇ ਤੇ ਮੇਰੇ ਖਿਆਲ ਜਿੰਨੀ ਜਾਣਕਾਰੀ ਸਰ ਨੇ ਦਿੱਤੀ ਹੈ ਤੇ ਬਿਲਕੁਲ ਦਰੁਸਤ ਹੈ, ਲੇਕਿਨ ਜਿਵੇਂ ਸਰ ਨੇ ਵੀ ਕਿਹਾ ਵੀ ਸਰਕਾਰ ਬਜਾਏ ਕਿ ਆਪਣੇ ਆਪ ਨੂੰ ਲਾਈਮਲਾਈਟ ਕਰੇ, ਜ਼ਮੀਨਾਂ ਦੇ ਵੇਰਵੇ ਦੇਵੇ, ਲੇਕਿਨ ਮੈਨੂੰ ਲੱਗਦਾ ਵੀ ਹਾਲੇ ਤੱਕ ਸਰਕਾਰ ਨੇ ਖੁਦ ਇਹ ਹਿਸਾਬ ਕਿਤਾਬ ਨਹੀਂ ਲਾਇਆ ਵੀ ਕਿੰਨੀ ਕੁ ਜ਼ਮੀਨ ਐਸੀ ਸ਼ਾਮਲਾਟ ਦੀ ਜਾਂ ਪੰਚਾਇਤ ਦੀ ਜੋ ਕਬਜ਼ਿਆਂ ਦੇ ਅਧੀਨ ਹੈਗੀ ਹੈ, ਇਸ ਦਾ ਹਾਲੇ ਤੱਕ ਕੋਈ ਇੱਕ ਕੰਸੋਲੀਡੇਟਿਡ ਰਿਕਾਰਡ ਬਣਾਇਆ ਹੀ ਨਹੀਂ ਗਿਆ ਹੋਵੇ। ਨਹੀਂ ਤਾਂ ਜੇ ਬਣਾਇਆ ਗਿਆ ਹੈ, ਦਿੱਤਾ ਜਾਵੇ ਤਾਂ ਜੋ ਸੌਖਾ ਰਹੇ ਲੋਕਾਂ ਨੂੰ ਵੀ। ਜਿਵੇਂ ਦੁਆਬੇ ਵਿੱਚ ਮਾਲਪੁਰ ਨੇੜੇ ਮੇਰੇ ਖਿਆਲ ਜੀ ਘਟਨਾ ਹੋਈ ਹੈ, ਪੁਲਿਸ ਵਾਲਿਆਂ ਦੇ ਨਾਲ ਝੜਪ ਹੋਈ ਹੈ, ਉੱਥੇ ਕਬਜ਼ਾ ਛੁਡਾਉਣ ਗਏ ਸੀ ਤਾਂ ਹੱਥੋਂ ਪਾਈ ਹੋਈ ਹੈ। ਇੱਦਾਂ ਦੀਆਂ ਘਟਨਾਵਾਂ ਸ਼ਾਇਦ ਨਾ ਹੋਣ। ਸਰ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਰਿਤੇਸ਼ ਲੱਖੀ ਸਰ। ਤੇ ਮੈਨੂੰ ਬੱਬੂ ਮਾਨ ਦੇ ਗਾਣੇ ਦੀਆਂ ਨਾ ਇੱਕ ਲਾਈਨ ਯਾਦ ਆ ਰਹੀ ਹੈ, ਉਹ ਕਹਿੰਦੇ ਕੰਡੇ ਰਾਖੀ ਕਰਦੇ ਰਹਿ ਕੇ ਤੇ ਭੌਰ ਨਜ਼ਾਰਾ ਲੈ ਕੇ। ਇਹ ਮੇਰੇ ਖਿਆਲ 'ਚ ਉਹੀ ਹੋਇਆ ਜੀ, ਹਰਿਆਣਾ ਸਰਕਾਰ ਨੇ 30 ਸਾਲ ਤੱਕ ਕੇਸ ਲੜਿਆ ਸੁਪਰੀਮ ਕੋਰਟ ਤੋਂ ਜਾ ਕੇ, ਮਾਨਯੋਗ ਸੁਪਰੀਮ ਕੋਰਟ ਤੋਂ ਜਾ ਕੇ ਕੇਸ ਨੂੰ ਜਿੱਤਿਆ ਹੈ ਤੇ ਹਰਿਆਣਾ ਸਰਕਾਰ ਨੇ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਕੀਤਾ, ਪਰ ਇੱਥੇ ਪੰਜਾਬ ਦੇ ਵਿੱਚ ਇਸ਼ਤਿਹਾਰਾਂ ਵਿੱਚ ਕੰਮ ਹੋ ਰਿਹਾ ਹੈ, ਪਰ ਮੰਤਰੀ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਹੁਣ ਤੱਕ ਇਹ ਕਹਿਣ ਦੀ ਜ਼ਹਿਮਤ ਨਹੀਂ ਚੁੱਕੀ ਕਿ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਜ਼ਮੀਨੀ ਪੱਧਰ ਤੇ ਇੰਪਲੀਮੈਂਟ ਕਰ ਰਹੇ ਹਾਂ। ਸਿਰਫ ਇਹੀ ਗੱਲ ਕਹੀ ਜਾ ਰਹੀ ਹੈ, ਅਸੀਂ ਛੁਡਾ ਰਹੇ ਹਾਂ ਜ਼ਮੀਨਾਂ ਨੂੰ, ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਛੁਡਾ ਰਹੇ ਹਾਂ, ਜੋ ਪਹਿਲੀਆਂ ਸਰਕਾਰਾਂ ਨਹੀਂ ਕਰ ਸਕੀਆਂ। ਪਹਿਲੀਆਂ ਸਰਕਾਰਾਂ ਵੇਲੇ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਵੀ ਨਹੀਂ ਆਏ ਸੀ। ਭਗਵੰਤ ਮਾਨ ਸਾਹਿਬ, ਉਮੀਦ ਕਰਾਂਗੇ ਕਿ ਤੁਸੀਂ ਅਗਲੀ ਵਾਰ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਦਾ ਜ਼ਿਕਰ ਵੀ ਕਰੋ ਤੇ ਅਗਲੀ ਵਾਰ ਜਿੱਥੇ ਵੀ ਪੰਚਾਇਤ ਮੰਤਰੀ ਸਾਹਿਬ ਵੀ ਜਾਣ, ਉਹ ਵੀ ਦੱਸਣ ਕਿ ਅਸੀਂ ਇੰਪਲੀਮੈਂਟ ਕਰ ਰਹੇ ਹਾਂ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਸ ਨੂੰ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।